अशेद अभेद समाया उहाँ किसे व्यापत माया। आप सको आपे हैं आदेश तय गुण का नहीं परवेश। जय कह एक एक भगवंता तह कौन अचिंत किस लगे चिंता। जय अशल जय अपन आप आप पदियारा तह कौन कथे कौन सुनने हारा। बहु बेअंत उचते ऊंचा नानक आपस को आप पहुँचा। अब सिख सतगुरु के प्यारे हो गावो सच्ची बाणी। बाणी तां गाओ गुरु केरी बाणिया सिर बाणी। हो वाहिगुरु गुरु गरीब निवाज। ज़ाहरा ज़हूर हाजरा हजूर सर्व कला भरपूर समर्थ गुरु लोक परलोक दे रखियक भगत वशल सतगुरु। धन धन श्री गुरु ग्रंथ साहिब महाराज जी दसां पातशाहियां दी भगतां प्यारियां दी जोत सतगुरु जी की पावन पवित्र गोद हजूरी दे विच गुरु शब्द दे नाल जुड़ बैठी और जुड़ रही साध संगत जी बहुत ही भागां वाले हाँ। असी सोच नहीं सकते अंदाजा नहीं लगा सकते कि किन्ने क भागां वाले हाँ, क्योंकि सानू बहुत ही कीमती वस्तु जिसनों कहते ने गुरु की सिफत सब तो कीमती है। ये वस्तु दुनिया दे विच जिन्ने भी पदार्थ ने ना सब तो ज्यादा कीमती है गुरु की सिफत। चाहे कोई सुने चाहे कोई सुनावे, ये बहुत कीमती है। इस करके जो सिफत सुनदा है वो राजा बनता है। राजे का मतलब ये नहीं भी उहदे को बहुत पैसा आ जाता, उहदे को दुनिया की शानो शौकत आ जाती है, नहीं। वो चीज़ां तो एवं ही ने, वो तो एवं ही तुरियां फिरदियां महाराज जी कहते मिल जांदियां। मतलब राजा कहते ने जिहड़ा रज जांदा, जिन्हों सिदक सबर आ जाए, संतोख आ जाए। दुनिया दे विच दुनिया नूं जितण वाले लोकां नूं भी सबर संतोख नहीं आया। इस करके उन्होंने भुखे किया जा सकता, उन्होंने राजे नहीं किया जा सकता। जो सारी जिंदगी मरण तक गद्दी नहीं छड़दा, कहता 5 साल होर 5 साल होर 5 साल होर, वो ते अंदर ते भुख है, ਉਹਦੇ अंदर ते तृष्णा है।
ਤੇ ਜਿਹੜਾ ਅਸੀਂ ਨਹੀਂ ਰੱਖਦਾ ਕੋਈ ਜ਼ਰੂਰਤ ਹੀ ਨਹੀਂ। ਉਹ ਹੁੰਦੇ ਨੇ ਵਾਹਿਗੁਰੂ ਰਾਮ ਔਰ ਰੱਬ ਦੇ ਪਿਆਰੇ, ਜਿਨ੍ਹਾਂ ਨੂੰ ਕੁਛ ਮਿਲ ਜਾਏ ਤਾਂ ਵੀ ਕੋਈ ਗੱਲ ਨਹੀਂ, ਨਾ ਮਿਲੇ ਤਾਂ ਵੀ ਕੋਈ ਗੱਲ ਨਹੀਂ। ਉਹ ਹਮੇਸ਼ਾ ਹੀ ਖੁਸ਼ ਆਨੰਦ ਵਿੱਚ ਰਹਿੰਦੇ ਹਨ। ਇਸ ਕਰਕੇ ਉਹ ਸਬਰ ਸੰਤੋਖੀ ਤੇ ਰਜੇ ਹੁੰਦੇ ਹਨ। ਉਹ ਵਾਹਿਗੁਰੂ ਦੇ ਅਸਲੀ ਪਿਆਰੇ ਹੁੰਦੇ ਨੇ। ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਮੇਰੇ ਰਾਜੇ ਨੇ। प्रभु को सिमरे से बेमोहताजे, प्रभु को सिमरे से सर्व के राजे। ਉਹ ਰਾਜੇ ਹੁੰਦੇ ਨੇ। ਇਸ ਲਈ ਰੋਜ਼ ਬੇਨਤੀ ਕਰੀਦੀ ਅਸੀਂ ਵਡਭਾਗੇ ਹਾਂ, ਅਸੀਂ ਗੁਰੂ ਦੇ ਪਿਆਰੇ ਹਾਂ, ਗੁਰੂ ਦੇ ਦਾਸ ਹਾਂ। ਬਿਲਕੁਲ ਸਹੀ ਹੈ, ਕਿਉਂਕਿ ਸਾਨੂੰ ਗੁਰੂ ਦੀ ਸਿਫਤ ਮਿਲੀ ਹੈ ਸਰਵਣ ਕਰਨ ਨੂੰ। ਸੋ ਇਸ ਲਈ ਅਸੀਂ ਦੁਨੀਆ ਦੇ ਵਿੱਚ ਵਸਦੇ ਹੋਏ ਲੋਕਾਂ ਦੇ ਵਿੱਚੋਂ ਅਸੀਂ ਬਹੁਤ ਜ਼ਿਆਦਾ ਵਡਭਾਗੇ ਹਾਂ। ਕਿਉਂਕਿ ਜਿੰਨੀ ਦੁਨੀਆ ਹੈ ਇਸ ਵੇਲੇ ਦੀ ਗੱਲ, ਸਾਰੀ ਦੁਨੀਆ ਰੱਬ ਨਾਲ ਜੁੜੀ ਨਹੀਂ ਬੈਠੀ। ਨਾ ਮਾਤਰ ਬਹੁਤ ਘੱਟ ਲੋਕ ਹੋਣਗੇ ਜੋ ਇਸ ਸਮੇਂ ਗੁਰੂ ਦੇ ਨਾਲ ਜੁੜ ਬੈਠੇ ਹੋਣਗੇ। ਸੋ ਜੋ ਜੁੜ ਬੈਠੇ ਹੈ ਉਹਨਾਂ ਨੂੰ ਵੱਡਿਆਂ ਭਾਗਾਂ ਵਾਲੇ ਕਹਿਣਾ ਬਣਦਾ, ਉਹ ਹਨ। ਸੋ ਆਓ ਗੁਰੂ ਜੀ ਮਿਹਰ ਕਰਨ, ਕਿਰਪਾ ਕਰਨ। ਆਓ ਪਹਿਲਾਂ ਲੜੀਵਾਰ ਸ਼ਬਦ ਦੀ ਵਿਚਾਰ ਸੰਖੇਪ ਦੇ ਵਿੱਚ ਸਰਵਣ ਕਰਦੇ ਹਾਂ। ਉਸ ਤੋਂ ਬਾਅਦ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਨੰਦਪੁਰ ਸਾਹਿਬ ਦੇ ਵਿੱਚ ਪਹਾੜੀ ਰਾਜਿਆਂ ਦੇ ਨਾਲ ਯੁੱਧ ਕਰਨਾ, ਲੜਾਈ ਲੜਨੀ ਔਰ ਹੌਲੀ ਹੌਲੀ ਆਨੰਦਪੁਰ ਸਾਹਿਬ ਨੂੰ ਛੱਡਣਾ। ਸੋ ਅਸੀਂ ਬਾਅਦ ਵਿੱਚ ਆਪ ਜੀ ਦੇ ਨਾਲ ਵਿਚਾਰ ਕਰਦੇ ਹਾਂ। ਪਹਿਲਾਂ 5-10 ਮਿੰਟ ਜੋ ਲੜੀਵਾਰ ਸ਼ਬਦ ਅਸੀਂ ਰੋਜ਼ ਵਿਚਾਰ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 291 ਦੇ ਉੱਪਰ ਇਹ ਸ਼ਬਦ ਅੰਕਿਤ ਹੈ ਔਰ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਹੈ। ਪੰਕਤੀਆਂ ਇਸ ਪ੍ਰਕਾਰ ਹਨ। ਜਹ ਆਸ਼ਾਲਿਆ ਛੇਦ ਅਭੇਦ ਸਮਾਇਆ, ਊਹਾਂ ਕਿਸੇ ਵਿਆਪਤ ਮਾਇਆ। ਅਸੀਂ ਜਿਹੜੇ ਆਮ ਲੋਕ ਹਾਂ, ਸਾਨੂੰ ਪ੍ਰਮਾਤਮਾ ਦਾ ਜਾਂ ਸੱਚ ਦਾ ਪੂਰਾ ਭੇਦ ਨਹੀਂ ਹੈ। ਸਾਨੂੰ ਕੋਈ ਛਲ ਸਕਦਾ, ਸਾਨੂੰ ਕੋਈ ਠੱਗ ਸਕਦਾ। ਸਾਨੂੰ ਕੋਈ ਛਲ ਸਕਦਾ, ਸਾਨੂੰ ਕੋਈ ਠੱਗ ਸਕਦਾ, ਕਿਉਂਕਿ ਸਾਨੂੰ ਪੂਰਾ ਪ੍ਰਮਾਤਮਾ ਜਾਂ ਸੱਚ ਦਾ ਭੇਦ ਨਹੀਂ ਹੈ। ਪ੍ਰਮਾਤਮਾ ਜਿਹੜਾ ਸੱਚ ਸਰੂਪ ਹੈ, ਪ੍ਰਮਾਤਮਾ ਨੂੰ ਕੋਈ ਛਲ ਨਹੀਂ ਸਕਦਾ, ਠੱਗ ਨਹੀਂ ਸਕਦਾ, ਉਸ ਨੂੰ ਕੋਈ ਭੁਲੇਖੇ ਭਰਮ ਦੇ ਵਿੱਚ ਨਹੀਂ ਪਾ ਸਕਦਾ। ਅਸੀਂ ਪੈ ਸਕਦੇ ਹਾਂ, ਪਰ ਜੇ ਅਸੀਂ ਉਸ ਪ੍ਰਮਾਤਮਾ ਦੇ ਨਾਮ ਰਾਹੀਂ ਪ੍ਰਮਾਤਮਾ ਦਾ ਰੂਪ ਹੋ ਜਾਈਏ, ਫਿਰ ਅਸੀਂ ਵੀ ਕਿਸੇ ਕੋਲੋਂ ਠੱਗੇ ਨਹੀਂ ਜਾ ਸਕਦੇ। ਕੋਈ ਸਾਨੂੰ ਛਲ ਨਹੀਂ ਸਕਦਾ, ਕੋਈ ਸਾਨੂੰ ਆਪਣੇ ਬਹਿਕਾਵੇ ਦੇ ਵਿੱਚ ਲਿਆ ਨਹੀਂ ਸਕਦਾ, ਕਿਉਂਕਿ ਬਾਣੀ ਦਾ ਫਰਮਾਨ ਨਾ ਉਹ ਮਰਹਿ ਨਾ ਠਾਗੇ ਜਾਏ, ਜਿਨ ਕੇ ਰਾਮ ਵਸੇ ਮਨ ਮਾਹੈ। ਜਦ ਸ੍ਰਿਸ਼ਟੀ ਨਹੀਂ ਪੂਰੀ ਬਣੀ ਸੀ, ਉਦੋਂ ਪ੍ਰਮਾਤਮਾ ਆਪਣੇ ਆਪ ਵਿੱਚ ਕੇਵਲ ਆਪ ਹੀ ਸੀ। ਜੋ ਵੀ ਉਸ ਦਾ ਸਰੂਪ ਸੀ ਉਹ ਛਲ ਰਹਿਤ ਸੀ। ਉਹ ਜੋ ਵੀ ਭੇਦ ਸਨ ਉਹ ਉਸ ਨੂੰ ਪਤਾ ਸੀ, ਹੋਰ ਕਿਸੇ ਨੂੰ ਉਸ ਭੇਦ ਦਾ ਪਤਾ ਨਹੀਂ ਸੀ। ਔਰ ਇੱਕ ਭੇਦ ਹੀ ਸੀ, ਉਹ ਭੇਦ ਨੂੰ ਸਾਂਭ ਕੇ ਉਹਦੇ ਵਿੱਚ ਸਮਾਈ ਬੈਠਾ ਸੀ। ਬੈਠਾ ਵੇਖੇ ਵਾਕੇ ਅਕੇਲਾ। ਇਸ ਕਰਕੇ ਉਸ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਮਾਇਆ ਜਿਹੜੀ ਹੈ ਵਿਆਪਦੀ ਨਹੀਂ ਸੀ। ਕਿਸੇ ਪ੍ਰਕਾਰ ਦੀ ਮਾਇਆ ਉਸ ਨੂੰ ਪ੍ਰਭਾਵਿਤ ਨਹੀਂ ਸੀ ਕਰਦੀ। ਸੋ ਹੁਣ ਦੂਸਰਾ ਅਰਥ ਅਸੀਂ ਇਹ ਲੈਂਦੇ ਹਾਂ, ਭਾਵ ਅਰਥ। ਜਦੋਂ ਕੋਈ ਪ੍ਰਮਾਤਮਾ ਦਾ ਬਣ ਜਾਂਦਾ ਹੈ, ਉਸ ਨੂੰ ਵੀ ਕਿਸੇ ਕਿਸਮ ਦੀ ਕੋਈ ਵੀ ਮਾਇਆ ਜਿਹੜੀ ਹੈ ਛਲ ਨਹੀਂ ਸਕਦੀ, ਉਸ ਨੂੰ ਤੰਗ ਨਹੀਂ ਕਰ ਸਕਦੀ। ਮਾਇਆ ਬਹੁਤ ਤੰਗ ਕਰਦੀ ਹੈ ਸਾਨੂੰ, ਕਿਉਂਕਿ ਮਾਇਆ ਇੱਕ ਤਰ੍ਹਾਂ ਦੀ ਨਹੀਂ ਹੈ। ਮਾਇਆ ਮਮਤਾ ਹੈ ਬਹੁ ਰੰਗੀ। ਮਾਇਆ ਮਮਤਾ ਹੈ ਬਹੁ ਰੰਗੀ, ਬਿਨ ਆਵੇ ਕੋ ਸਾਥ ਨਾ ਸੰਗੀ। ਮਾਇਆ ਇੱਕ ਪ੍ਰਕਾਰ ਦੀ ਨਹੀਂ। ਕਰੰਸੀ ਨੂੰ ਵੀ ਮਾਇਆ ਕਹਿੰਦੇ ਨੇ, ਨੋਟਾਂ ਨੂੰ, ਪੈਸਿਆਂ ਨੂੰ।
ਰੁਪਈਆਂ ਨੂੰ ਯੂਰੋ ਡਾਲਰ ਜੋ ਵੀ ਹੁੰਦੇ ਨੇ ਪਾਉਂਡ, ਇਹ ਸਾਰੀ ਇਹ ਮਾਇਆ ਹੈ। ਪਰ ਇਸ ਤੋਂ ਇਲਾਵਾ ਜੋ ਅਸੀਂ ਦੇਖ ਰਹੇ ਹਾਂ ਇਹ ਵੀ ਮਾਇਆ ਹੈ, ਜੋ ਸਾਡਾ ਪਰਿਵਾਰ ਹੈ ਇਹ ਵੀ ਮਾਇਆ ਹੈ, ਜੋ ਸਾਨੂੰ ਭੁੱਖ ਹੈ ਕਿਸੇ ਚੀਜ਼ ਦੀ ਉਹ ਵੀ ਮਾਇਆ ਹੈ, ਜੋ ਅਸੀਂ ਪਹਿਨ ਰਹੇ ਹਾਂ, ਛਕ ਰਹੇ ਹਾਂ, ਸਵਾਦ ਲੈ ਰਹੇ ਹਾਂ ਕਿਸੇ ਵੀ ਪਦਾਰਥ ਦੇ ਵਿੱਚੋਂ, ਇਹ ਵੀ ਮਾਇਆ ਹੈ। ਕਿਉਂਕਿ ਬਾਣੀ ਵਿੱਚ ਕਲੀਅਰ ਕੀਤਾ, ਸਾਫ਼ ਕੀਤਾ, ਬਾਣੀ ਵਿੱਚ ਲਿਖਿਆ ਮਾਇਆ ਮਮਤਾ ਹੈ ਬਹੁ ਰੰਗੀ, ਵਿਨ ਨਾਵੇ ਕੋ ਸਾਥ ਨਾ ਸੰਗੀ। ਔਰ ਇੱਕ ਹੋਰ ਪੰਕਤੀ ਬੜੀ ਪਿਆਰੀ ਆਉਂਦੀ ਹੈ ਵੀ ਮਾਇਆ ਮਮਤਾ ਮੋਹਣੀ ਜਿਨ ਵਿਨ ਦੰਤਾ ਜਗ ਖਾਇਆ, ਮਨਮੁਖ ਖਾਧੇ ਗੁਰਮੁਖੀ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ। ਇਸ ਮਾਇਆ ਨੇ ਸਾਰੇ ਮਨਮੁਖ ਲੋਕ ਨਿਗਲ ਲਏ, ਖਾ ਲਏ। ਖਾਣ ਦਾ ਮਤਲਬ ਇਹ ਨਹੀਂ ਵੀ ਕਿਸੇ ਬੰਦੇ ਨੂੰ ਸਾਬਤ ਕੋਈ ਮਾਰ ਦੇਣਾ, ਉਸ ਦੇ ਵਿੱਚੋਂ ਸਾਰੇ ਗੁਣਾਂ ਨੂੰ ਖਤਮ ਕਰ ਦਿੱਤਾ, ਉਹਦੇ ਵਿੱਚ ਔਗਣ ਹੀ ਰਹਿ ਗਏ, ਪਰੇਸ਼ਾਨੀ ਹੀ ਰਹਿ ਗਈ, ਚੰਗਿਆਈ ਜਿਹੜੀ ਖਤਮ ਕਰ ਦਿੱਤੀ। ਇਸ ਕਰਕੇ ਦੰਦਾਂ ਤੋਂ ਬਗੈਰ ਹੀ ਇਸ ਨੂੰ ਖਤਮ ਕਰ ਦਿੱਤਾ ਖਾ ਕੇ। ਪਰ ਜਿਹੜੇ ਗੁਰਮੁਖ ਮਹਾਰਾਜ ਜੀ ਕਹਿੰਦੇ ਉਹ ਉਭਰ ਗਏ, ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿੱਤ ਲਾਇਆ। ਜਿਨ੍ਹਾਂ ਨੇ ਸੱਚ ਨਾਲ ਚਿੱਤ ਲਾ ਲਿਆ ਉਹਨਾਂ ਨੂੰ ਮਾਇਆ ਨੇ ਨਹੀਂ ਖਾਧਾ, ਉਹਨਾਂ ਨੂੰ ਮਾਇਆ ਨੇ ਪ੍ਰਭਾਵਿਤ ਨਹੀਂ ਕੀਤਾ। ਸੋ ਇਸ ਲਈ ਜਦੋਂ ਕੋਈ ਗੁਰਮਤਿ ਨੂੰ ਧਾਰਨ ਕਰਦਾ ਹੈ ਉਹ ਗੁਰਮੁਖ ਬਣਦਾ ਹੈ, ਤੇ ਉਹ ਗੁਰਮੁਖ ਜਿਹੜਾ ਲਾਹਾ ਲੈਂਦਾ ਹੈ ਤੇ ਉਹਨੂੰ ਮਾਇਆ ਕਿਸੇ ਵੀ ਪ੍ਰਕਾਰ ਦੇ ਨਾਲ ਤੰਗ ਨਹੀਂ ਕਰਦੀ, ਪ੍ਰਭਾਵਿਤ ਨਹੀਂ ਕਰਦੀ। ਉਹ ਆਪਣੇ ਗੁਰੂ ਦੇ ਭੈ ਤੇ ਭਾਉ ਦੇ ਵਿੱਚ ਰਹਿੰਦਾ। ਇਸ ਲਈ ਜੈ ਅਸ਼ਲ ਜਾਂ ਛੇਦ ਭੇਦ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ। ਜਿਵੇਂ ਪ੍ਰਮਾਤਮਾ ਨੂੰ ਮਾਇਆ ਨਹੀਂ ਪ੍ਰਭਾਵਿਤ ਕਰਦੀ, ਇਸੇ ਤਰ੍ਹਾਂ ਪ੍ਰਮਾਤਮਾ ਦੇ ਜਿਹੜੇ ਪਿਆਰੇ ਨੇ ਜਦੋਂ ਉਹਨਾਂ ਵਿੱਚ ਰੱਬ ਵਸ ਜਾਂਦਾ ਉਹਨਾਂ ਨੂੰ ਵੀ ਮਾਇਆ ਪ੍ਰਭਾਵਿਤ ਨਹੀਂ ਕਰਦੀ। ਆਪਸ ਕੋ ਆਪੇ ਆਦੇਸ਼ ਤਹਿ ਗੁਣ ਕਾ ਨਾਹੀ ਪ੍ਰਵੇਸ਼। ਪ੍ਰਮਾਤਮਾ ਦਾ ਹੁਕਮ ਕਿਸ ਤੇ ਚੱਲਦਾ? ਜਦੋਂ ਕੁਛ ਵੀ ਨਹੀਂ ਸੀ ਬਣਿਆ ਪ੍ਰਮਾਤਮਾ ਆਪਣੇ ਆਪ ਦੇ ਵਿੱਚ ਆਪ ਹੀ ਸੀ, ਆਪਣਾ ਹੁਕਮ ਆਪ ਹੀ ਚਲਾਈ ਜਾਂਦਾ ਸੀ ਆਪਣੇ ਆਪ ਤੇ। ਉਹਦੇ ਤੇ ਜਿਹੜੇ ਕਿਸੇ ਵੀ ਪ੍ਰਕਾਰ ਦੇ ਔਗਣ ਜਿਹੜੇ ਸੀ ਉਹ ਉਸ ਤੇ ਲਾਗੂ ਨਹੀਂ ਸੀ ਹੁੰਦੇ, ਪ੍ਰਭਾਵਿਤ ਨਹੀਂ ਸੀ ਕਰਦੇ। ਮਾਇਆ ਜਿਹੜੀ ਅਲੱਗ-ਅਲੱਗ ਰੂਪਾਂ ਦੇ ਵਿੱਚ ਪਹਿਲਾਂ ਵੀ ਸਰਵਣ ਕਰ ਲਿਆ, ਉਹ ਤ੍ਰੈਗੁਣੀ ਦੇ ਤੌਰ ਤੇ ਵੀ ਉਹਨਾਂ ਨੂੰ ਤੰਗ ਨਹੀਂ ਸੀ ਕਰਦੀ। ਆਦਿ ਵਿਆਦਿ ਉਪਾਦ ਉਦੋਂ ਇਦਾਂ ਦੀ ਕੋਈ ਚੀਜ਼ ਨਹੀਂ ਸੀ। ਤੇ ਦੂਸਰੇ ਲਫ਼ਜ਼ਾਂ ਦੇ ਵਿੱਚ ਭਾਵ ਅਰਥ ਅਸੀਂ ਇਹ ਲੈਂਦੇ ਹਾਂ ਭਈ ਜਦੋਂ ਪਹਿਲਾਂ ਵੀ ਬੇਨਤੀ ਹੋ ਗਈ ਹੈ, ਜਦੋਂ ਕੋਈ ਰੱਬ ਨਾਲ ਜੁੜ ਜਾਂਦਾ ਹੈ, ਜਦੋਂ ਕੋਈ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ, ਫਿਰ ਉਸ ਨੂੰ ਜਿਹੜੇ ਤਿੰਨੇ ਤਾਪ ਨੇ ਇਸ ਨੂੰ ਫਿਰ ਪੋ ਨਹੀਂ ਸਕਦੇ, ਫਿਰ ਇਸ ਨੂੰ ਦੁੱਖ ਤਕਲੀਫ ਦੇ ਨਹੀਂ ਸਕਦੇ। ਭਾਵੇਂ ਦੁੱਖ ਆਵੇ, ਦੁੱਖ ਇਸ ਨੂੰ ਦਬੋਚ ਨਹੀਂ ਸਕਦੇ, ਇਸ ਦਾ ਕੋਈ ਬੁਰਾ ਨਹੀਂ ਕਰ ਸਕਦੇ। ਗੁਰੂ ਮਹਾਰਾਜ ਜੀ ਐਸੀ ਬਖਸ਼ਿਸ਼ ਕਰਦੇ ਨੇ, ਦੁੱਖ ਨੂੰ ਵੀ ਸੁੱਖ ਬਣਾ ਦਿੰਦੇ ਨੇ। ਇਸ ਕਰਕੇ ਜੈ ਏਕ ਹੈ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ। ਜਦੋਂ ਇੱਕ ਹੈ ਜਾਂ ਇੱਕ ਸੀ, ਜਦੋਂ ਉਹ ਭਗਵਾਨ ਪਰਮਾਤਮਾ ਭਗਵੰਤ ਇੱਕ ਸੀ ਜਾਂ ਅੱਜ ਵੀ ਇੱਕ ਸਾਡੇ ਅੰਦਰ ਇੱਕ ਰੂਪ ਦੇ ਵਿੱਚ ਪ੍ਰਗਟ ਹੋਏਗਾ, ਤੇ ਫਿਰ ਮਹਾਰਾਜ ਜੀ ਕਹਿੰਦੇ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ ਰਹੇਗੀ। ਅਚਿੰਤ ਹੋ ਕੇ ਜੀਵਨ ਬਤੀਤ ਕਰੀ। ਜੇ ਆਪਨ ਆਪ ਪਤਿਆਰਾ ਤੇ ਕੌਣ ਕਥੇ ਕੌਣ ਸੁਣਨੇ ਹਰ। ਜਦੋਂ ਆਪਣੇ ਆਪ ਨੂੰ ਉਸਨੇ ਆਪ ਹੀ ਪੈਦਾ ਕੀਤਾ, ਆਪਣੇ ਆਪ ਹੀ ਸਭ ਕੁਝ ਆਪਣੇ ਆਪ ਨੂੰ ਦੇਖ ਰਿਹਾ, ਸੰਭਾਲ ਰਿਹਾ, ਕਰ ਰਿਹਾ, ਤੇ ਫਿਰ ਕਿਸੇ ਦੇ ਨਾਲ ਕਾਹਦੀ ਗੱਲ, ਕਾਹਦੀ ਕੋਈ ਗਿਲਾ, ਕਾਹਦਾ ਦੋਸ਼, ਕਾਹਦੀ ਕੋਈ ਬਾਤਚੀਤ, ਕੁਛ ਵੀ ਨਹੀਂ। ਜੰਜ ਵੀ ਕਹਿ ਸਕਦੇ ਹਾਂ, ਜਦੋਂ ਪ੍ਰਮਾਤਮਾ ਦਾ ਸਾਡੇ ਅੰਦਰ ਵਾਸਾ ਹੋਏਗਾ, ਜਦੋਂ ਉਹ ਪੈਦਾ ਹੋਏਗਾ, ਜਦੋਂ ਉਹਦੇ ਨਾਲ ਪਿਆਰ ਹੋਏਗਾ, ਫਿਰ ਸਾਰੀਆਂ ਗੱਲਾਂ ਦੇ ਜਵਾਬ ਜਿਹੜੇ ਨੇ ਇੱਕ ਸਕਿੰਟ ਵਿੱਚ ਮਿਲ ਜਾਣਗੇ। ਫਿਰ ਕੋਈ ਦੂਜਾ ਨਹੀਂ, ਕੋਈ ਤੀਜਾ ਨਹੀਂ, ਕੋਈ ਓਪਰਾ ਨਹੀਂ, ਕੋਈ ਮਾੜਾ ਨਹੀਂ, ਕੋਈ ਗਰੀਬ ਨਹੀਂ, ਕੋਈ ਅਮੀਰ ਨਹੀਂ, ਕੋਈ ਕੁਝ ਨਹੀਂ। ਬਹੁ ਬੇਅੰਤ ਉੱਚ ਤੇ ਉੱਚਾ, ਬੜਾ ਬੇਅੰਤ ਹੈ, ਬੜਾ ਵੱਡਾ ਹੈ, ਬਹੁਤ ਵੱਡਾ, ਬੜਾ ਬੇਅੰਤ ਹੈ। ਉਹਦਾ ਅੰਤ ਕੋਈ ਨਹੀਂ,
ਉਹਦੀ ਸੀਮਾ ਕੋਈ ਨਹੀਂ, ਉਹਦੀ ਹੱਦ ਕੋਈ ਨਹੀਂ। ਅਤ ਉੱਚਾ ਤਾਕਾ ਦਰਬਾਰਾ, ਬਹੁ ਬੇਅੰਤ ਊਚ ਤੇ ਉੱਚਾ, ਬਹੁਤ ਵੱਡਾ ਬਹੁਤ ਉੱਚਾ। ਨਾਨਕ ਆਪਸ ਕੋ ਆਪੇ ਪਹੁੰਚਾ। ਉਸ परमात्मा तक जे कोई पहुंचना चाहे ते वो आप ही पहुंचावे। जिसनों तू जाना है सोई जन जाना है। अपने आप को उसने आप ही देखिया, आप ही समझिया, ते सानू भी वो आप ही समझावेगा। जे असी कहिए भी इस तरह परमात्मा नू समझ लईए, पढ़ के समझ लईए, इस तरह समझ लईए, कोशिश करके नहीं, ओदी मेहर होएगी ते परमात्मा दी समझ लगेगी, वरना नहीं लगे। सी इसी अज दे लड़ीवर शब्द दी विचार। आओ असी गुरु नानक महाराज दी कृपा बख्शिश जो कल तो असी शुरू किया है, आनंदपुर साहब तो चमकौर साहब तक गुरु गोबिंद सिंह महाराज जी की जो जीवन की यात्रा है, सो सरवण किया सी कल। आओ तारीफ गुरु गोबिंद सिंह जी की जिन्नी कर लीए उन्नी थोड़ी है। करतार की सौगंध है, नानक की कसम है। करतार की सौगंध है, नानक की कसम है। जितनी भी हो तारीफ गोविंद की वो कम है। लोग कहते हैं जमाना बदलता है अक्सर, मगर मर्द वो होता है जो जमाने को बदल दे। वह प्रगट्यो मर्द अगमड़ा, वरियामी अकेला, वाह वाह गोबिंद सिंह आपे गुर चेला। सो गुरु गोबिंद सिंह जी की वधदी हुई ताकत, गुरु गोबिंद सिंह जी की वधदी हुई फौज, गुरु गोबिंद सिंह महाराज जी दे ਲਈ ਮਰ ਮਿਟਣ ਦੇ ਲਈ ਪੀਰ ਬੁੱਧੂ ਸ਼ਾਹ ਵਰਗਿਆਂ ਦੀ ਜਦੋਂ ਇਹ ਸਾਰੀਆਂ ਗੱਲਾਂ ਦਾ ਪਤਾ ਲੱਗਣਾ ਸ਼ੁਰੂ ਹੋ ਗਿਆ, ਪਹਾੜੀ ਰਾਜਿਆਂ ਨੂੰ ਤੇ ਈਰਖਾ ਬਹੁਤ ਵੱਧ ਗਈ। ਬਹੁਤ ਈਰਖਾ ਵੱਧ ਗਈ, ਬਹੁਤ ਈਰਖਾ ਵੱਧ ਗਈ, ਇੰਨੀ ਈਰਖਾ ਵੱਧ ਗਈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਖਤਮ ਕਰਨ ਦੇ ਲਈ ਵਿਉਂਤ ਬਣਾਉਣੀ ਸ਼ੁਰੂ ਕਰ ਦਿੱਤੀ। गुरु महाराज जी के साहबजादियां का पालन पोषण उस आनंदपुर साहब दे विच ही होया। दादी ने भी लाड उत्थे ही दिता, मावा ने भी लाड उत्थे ही लड़ाया साहबजादियां ने। ते उत्थे बड़ियां रौनकां सन आनंदपुर साहब दे विच। बहुत सोहना घर सी जिहड़ा आनंदपुर साहब महाराज जी ने गुरु तेग बहादुर महाराज जी की बख्शिश नाल जो मिलिया सी। सो पहाड़ी इलाका हुंदा सी। गुरु महाराज जी अपने सिखां दे नाल पहाड़ां दे विच जांदे हुंदे सन, शिकार खेडन भी जांदे हुंदे सन। उन्होंने किसी का बुरा नहीं करना, शिकार खेड के पता नहीं किहदा भला करन दे लई, क्योंकि उन्हां दा एक एक मुबारक चरण किसी दे उधार दे लई उठदा है। सो जदों बादशाह राजियां वाला जीवन उन्होंने देखते सी पहाड़ी राजे, उन्होंने बड़ी तकलीफ हुंदी सी भी राजे ते असीं रियासतां दे ते गुरु नानक दी गद्दी दे बैठ के अपने आप नूं बादशाह तो भी उपर, क्योंकि संगत बादशाह दरवेश गुरु गोबिंद सिंह, शाहे शहनशाह गुरु गोबिंद सिंह। लोग अपना पीर, अपना बादशाह, अपना शहनशाह, अपना पादशाह गुरु गोबिंद सिंह महाराज जी मनते सन, पर विरोधियों को यह गल चंगी नहीं सी लगती। इन्हों बादशाह, इन्हों पातशाह, इन्हों शहनशाह क्यों कहते हैं? इस करके जो महाराज जी जाते तो उन्होंने जिमें पंजाबी च कहते ना भी धक्के नाल लड़ाई लैनी, इस तरह धक्के दे नाल अग्गेओं मिल के खेंदे सन, धक्के नाल लड़न तैयार होंदे सन। एक बार दशमेश पिता जी बाहर गए, शिकार ते कह लीए, सैर ते कह लीए, राजा आलम चंद ते बलिया चंद ये जड़े ने राह दे विच मिल पे। महाराज जी दे नाल गुरुदास सिंह सी, एक आलम सिंह। इन्हां दे गुरु दे नाल जड़ी है तकरार करनी शुरू कर दी, जाए जी कह लीए भी झगड़न ते लड़ाई वाला माहौल बनाना शुरू कर दिता। इन्हां ने लड़ाई का माहौल बनाना शुरू कर दिता। राजा आलम चंद ते बलिया चंद ते गुरु गोबिंद सिंह महाराज जी दे जिहड़े सिंह सी, सिख सी, फिर असी जानते ही हाँ वो किन्नी बख्शिश उन्होंने हासिल की हुई सी। जद आलम चंद जिहड़ा सी
ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਤਕਰਾਰ ਜਾਂ ਲੜਨ ਦੇ ਲਈ ਅੱਗੇ ਵਧ ਰਿਹਾ ਸੀ ਤੇ ਗੁਰੂ ਦੇ ਸਿੰਘ ਆਲਮ ਸਿੰਘ ਨੇ ਕੀ ਕੀਤਾ, ਆਪਣੀ ਤਲਵਾਰ ਦੇ ਨਾਲ ਉਸ ਆਲਮ ਚੰਦ ਦੀ ਬਾਂਹ ਵੱਢ ਦਿੱਤੀ, ਬਾਂਹ ਵੱਢ ਦਿੱਤੀ। ਤੇ ਨਾਲ ਮਹਾਰਾਜ ਜੀ ਦੇ ਸੀ ਭਾਈ ਉਦੇ ਸਿੰਘ, ਭਾਈ ਉਦੇ ਸਿੰਘ ਤੇ ਭਾਈ ਬਚਿੱਤਰ ਸਿੰਘ, ਭਾਈ ਉਦੇ ਸਿੰਘ ਤੇ ਭਾਈ ਬਚਿੱਤਰ ਸਿੰਘ ਭਾਈ ਮਣੀ ਸਿੰਘ ਦੇ ਪੁੱਤਰ ਸਨ। ਜਿਹਨੂੰ ਬੰਦ ਕੱਢਿਆ ਸੀ ਭਾਈ ਮਣੀ ਸਿੰਘ ਦੇ ਪੁੱਤਰ ਭਾਈ ਬਚਿੱਤਰ ਸਿੰਘ ਤੇ ਭਾਈ ਉਦੇ ਸਿੰਘ ਸਨ, ਜਿਨ੍ਹਾਂ ਨੇ ਭਾਈ ਉਦੇ ਸਿੰਘ ਉਹ ਸਨ ਜਦੋਂ ਕੀਰਤਪੁਰ ਸਾਹਿਬ ਮਹਾਰਾਜ ਜੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਜਾਣ ਲੱਗੇ ਤੇ ਪਿੱਛੋਂ ਫੌਜਾਂ ਦਾ ਮੁਕਾਬਲਾ ਉਹਨਾਂ ਨੇ ਕੀਤਾ ਸੀ ਬਾਬਾ ਅਜੀਤ ਸਿੰਘ ਜੀ ਦੇ ਨਾਲ। ਤੇ ਭਾਈ ਬਚਿੱਤਰ ਸਿੰਘ ਬਾਰੇ ਅਸੀਂ ਬੜੀ ਵਾਰ ਸੁਣਿਆ, ਉਹਨੇ ਹਾਥੀ ਦਾ ਮੁਕਾਬਲਾ ਕੀਤਾ ਸੀ। ਇਹ ਦੋਵੇਂ ਭਾਈ ਸਨ, ਮਤਲਬ ਭਰਾ ਸਨ, ਭਾਈ ਉਦੇ ਸਿੰਘ ਤੇ ਭਾਈ ਬਚਿੱਤਰ ਸਿੰਘ ਜੀ ਭਾਈ ਮਣੀ ਸਿੰਘ ਦੇ ਪੁੱਤਰ। ਤੇ ਜਦੋਂ ਮਹਾਰਾਜ ਜੀ ਸ਼ਿਕਾਰ ਤੇ ਗਏ ਤੇ ਆਲਮ ਚੰਦ ਤੇ ਬਲੀਆ ਚੰਦ ਜਿਹੜੇ ਦੋਨੇ ਸਨ, ਇਹਨਾਂ ਨੇ ਮਹਾਰਾਜ ਜੀ ਨਾਲ ਕਹਿਣਾ ਸ਼ੁਰੂ ਕੀਤਾ ਤੇ ਭਾਈ ਆਲਮ ਸਿੰਘ ਨੇ ਗੁਰੂ ਦੀ ਬਖਸ਼ਿਸ਼ ਦੇ ਨਾਲ ਆਲਮ ਚੰਦ ਦੀ ਬਾਂਹ ਵੱਢ ਦਿੱਤੀ। ਤੇ ਜੋ ਭਾਈ ਉਦੇ ਸਿੰਘ ਜੀ ਸੀ ਉਹਨਾਂ ਨੇ ਗੋਲੀ ਦੇ ਨਾਲ ਬਲੀਆ ਚੰਦ ਨੂੰ ਜ਼ਖਮੀ ਕਰ ਦਿੱਤਾ। ਭੀਮ ਚੰਦ ਜਿਹੜਾ ਰਾਜਾ ਸੀ ਉਹਨੂੰ ਇਹ ਚੀਜ਼ਾਂ ਜਿਹੜੀਆਂ ਬਹੁਤ ਦੁੱਖ ਦਿੰਦੀਆਂ ਸਨ ਵੀ ਜਿਹੜਾ ਵੀ ਸਾਡਾ ਯੋਧਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਮਣੇ, ਇਹ ਉਹਨਾਂ ਨੂੰ ਮਾਰ ਦਿੰਦੇ ਨੇ, ਉਹਨਾਂ ਨੂੰ ਫੱਟੜ ਕਰ ਦਿੰਦੇ ਨੇ, ਜ਼ਖਮੀ ਕਰ ਦਿੰਦੇ ਨੇ। ਇਹਨਾਂ ਦਾ ਕੀ ਹੱਲ ਕੀਤਾ ਜਾਏ? ਗੁਰੂ ਮਹਾਰਾਜ ਜੀ ਜਿੱਤ ਪ੍ਰਾਪਤ ਕਰ ਲੈਂਦੇ ਸਨ। ਜਿਵੇਂ ਤੁਸੀਂ ਕੱਲ ਵੀ ਸਰਵਣ ਕੀਤਾ ਵੀ 14 ਜੰਗਾਂ ਲੜੀਆਂ ਮਹਾਰਾਜ ਜੀ ਨੇ ਤੇ 14 ਦੇ ਉੱਪਰ ਹੀ ਜਿੱਤ ਪ੍ਰਾਪਤ ਕੀਤੀ, ਜਦ ਕਿ ਤਾਕਤ ਬਹੁਤ ਜ਼ਿਆਦਾ ਪਹਾੜੀ ਰਾਜਿਆਂ ਕੋਲ ਸੀ ਤੇ ਮੁਗਲਾਂ ਦੇ ਕੋਲ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਂ ਵੀ ਜਿੱਤ ਪ੍ਰਾਪਤ ਕੀਤੀ। ਫਤਿਹਗੜ੍ਹ ਸਾਹਿਬ ਜਿਹੜਾ ਕਿਲਾ ਸੀ ਉਹਦੇ ਉੱਤੇ ਭਾਈ ਉਦੇ ਸਿੰਘ ਜੀ ਦੀ ਡਿਊਟੀ ਹੁੰਦੀ ਸੀ ਵੀ ਤੁਸੀਂ ਖਿਆਲ ਰੱਖਣਾ। ਮਹਾਰਾਜ ਜੀ ਨੇ ਡਿਊਟੀਆਂ ਸਾਰੇ ਸਿੰਘਾਂ ਦੀਆਂ ਲਾਈਆਂ ਹੁੰਦੀਆਂ ਸੀ। ਉਧਰ ਪਹਾੜੀ ਫੌਜ ਵੀ ਥੋੜੀ ਕਰਕੇ ਜਿਹੜੇ ਸੀ ਉਹ ਹੇਠਾਂ ਤੋਂ ਉੱਪਰ ਵੱਲ ਵੱਧਦੇ ਸਨ। ਤੇ ਗੁਰੂ ਮਹਾਰਾਜ ਜੀ ਦੇ ਜਿਹੜਾ ਕਿਲਾ ਸੀ ਇਹ ਉੱਚਾ ਸੀ ਤੇ ਉੱਚੇ ਪਾਸਿਓਂ ਹਮਲਾ ਕਰਨਾ ਬੜਾ ਆਸਾਨ ਸੀ। ਇਸ ਕਰਕੇ ਪਹਾੜੀ ਰਾਜਿਆਂ ਦਾ ਨੁਕਸਾਨ ਬਹੁਤ ਹੁੰਦਾ ਸੀ, ਬੜਾ ਨੁਕਸਾਨ ਹੁੰਦਾ ਸੀ। ਤੇ ਉਹਨਾਂ ਨੇ ਹੁਣ ਪਹਾੜੀ ਰਾਜਿਆਂ ਨੇ ਸੋਚਿਆ ਵੀ ਕੀ ਕੀਤਾ ਜਾਏ। ਇਹ ਜਿਹੜਾ ਐਡਾ ਵੱਡਾ ਇਹਨਾਂ ਦਾ ਦਰਵਾਜ਼ਾ ਲੱਗਾ, ਗੇਟ ਲੱਗਾ ਕਿਲੇ ਦਾ, ਜਾਂ ਤੇ ਭੰਨਿਆ ਜਾਏ, ਤੋੜਿਆ ਜਾਏ, ਇਥੋਂ ਐਂਟਰੀ ਕੀਤੀ ਜਾਏ। ਵੱਡੇ ਪਹਿਲਾਂ ਗੇਟ ਹੁੰਦੇ ਸੀ ਕਿਲਿਆਂ ਨੂੰ, ਬੜੇ ਵੱਡੇ ਦਰਵਾਜ਼ੇ ਹੁੰਦੇ ਸੀ, ਉਹ ਖੁੱਲਣੇ ਸੌਖੇ ਨਹੀਂ ਹੁੰਦੇ ਸਨ। ਤੇ ਅੰਦਰ ਫੌਜ ਜਿਹੜੀ ਸੀ ਉਹ ਜਾ ਨਹੀਂ ਸੀ ਸਕਦੀ। ਕਿਲੇ ਹੁੰਦੇ ਸੀ ਵੱਡੇ ਤੇ ਉੱਪਰੋਂ ਹਮਲੇ ਹੋ ਜਾਂਦੇ ਸਨ, ਬੜਾ ਮੁਸ਼ਕਲ ਹੁੰਦਾ ਸੀ। ਤੇ ਹੁਣ ਪਹਾੜੀ ਰਾਜੇ ਭੀਮ ਚੰਦ ਵਰਗੇ ਸੋਚਦੇ ਨੇ ਵੀ ਕਿਵੇਂ ਹਮਲਾ ਕੀਤਾ ਜਾਏ। ਉਹਨਾਂ ਨੇ ਕੀ ਕੀਤਾ ਵੀ ਇੱਕ ਹਾਥੀ ਨੂੰ ਸ਼ਰਾਬ ਪਿਆ ਕੇ ਉਹਨੂੰ ਪੂਰੀ ਤਰ੍ਹਾਂ ਲੋਹੇ ਨਾਲ ਮੜ ਕੇ ਉਹ ਦਰਵਾਜ਼ੇ ਨੂੰ ਭੰਨਣ ਦੇ ਲਈ ਜਾਂ ਅਟੈਕ ਕਰਨ ਦੇ ਲਈ ਤਿਆਰ ਕਰਕੇ ਉਸ ਸ਼ਰਾਬੀ ਹਾਥੀ ਨੂੰ ਕਿਲੇ ਵੱਲ ਨੂੰ ਤੋਰਿਆ। ਪਰ ਮਹਾਰਾਜ ਜੀ ਦੇ ਕੋਲ ਬਹੁਤ ਵੱਡੇ ਯੋਧੇ ਸੂਰਮੇ ਸਨ, ਬੜਾ ਹੌਸਲਾ ਸੀ ਉਹਨਾਂ ਦੇ ਵਿੱਚ। ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਕਈ ਤਰੀਕਿਆਂ ਦੇ ਨਾਲ, ਕਈ ਮਹੀਨੇ 6-7 ਮਹੀਨੇ ਲਗਭਗ ਕਹਿੰਦੇ ਵੀ ਇਹ ਘੇਰਾ ਪਿਆ ਰਿਹਾ, ਲੜਾਈ ਹੁੰਦੀ ਰਹੀ। ਇਸ ਹਾਥੀ ਨੂੰ ਜਦੋਂ ਉਸ ਕਿਲੇ ਵੱਲ ਨੂੰ ਤੋਰਿਆ ਗਿਆ, ਦਸ਼ਮੇਸ਼ ਪਿਤਾ ਨੂੰ ਸੁਨੇਹਾ ਆਇਆ ਮਹਾਰਾਜ ਜੀ ਹਾਥੀ ਆ ਰਿਹਾ, ਬਹੁਤ ਤਕੜਾ, ਬਹੁਤ ਵੱਡਾ। ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ, ਸਾਡੇ ਕੋਲ ਕਿਹੜਾ ਹਾਥੀਆਂ ਦੇ ਨਾਲ ਮੁਕਾਬਲਾ ਕਰਨ ਵਾਲੇ ਸਿੰਘ ਨਹੀਂ। ਸੋ ਇੱਥੇ ਇੱਕ ਮਾਝੇ ਦਾ ਸਿੰਘ ਸੀ, ਚਲੋ ਅਸੀਂ ਬਹੁਤਾ ਜ਼ਿਕਰ ਨਹੀਂ ਬਹੁਤਾ ਕਰਦੇ ਸਮੇਂ ਨੂੰ ਦੇਖਦੇ ਹੋਏ। ਉਹਨੂੰ ਮਹਾਰਾਜ ਜੀ ਨੇ ਬੇਨਤੀ ਕੀਤੀ ਸੀ, ਉਹ ਡਰ ਕੇ ਭੱਜ ਗਿਆ ਤੇ ਆਪਣੀ ਮੌਤ ਆਪ ਮਰ ਗਿਆ ਸੀ। ਮਾਝੇ ਦਾ ਸੀ, ਲਿਖਿਆ ਇਤਿਹਾਸ ਵਿੱਚ, ਉਹ ਡਰ ਗਿਆ ਸੀ। ਤੇ ਸਿਆਣੇ ਕਹਿੰਦੇ ਜਾਂ ਡਰ ਗਿਆ ਸੋ ਮਰ ਗਿਆ। ਤੇ ਫਿਰ ਮੌਤ ਤੋਂ ਜਿਸ ਤੋਂ ਡਰਦਾ ਸੀ ਉਹਦੇ ਅੱਗੇ ਹੀ ਉਸ ਨੂੰ ਮਿਲੀ ਸੀ। ਕਿਲੇ ਦੀ ਕੰਧ ਟੱਪ ਕੇ
ਜਾਣ ਲੱਗਾ ਸੀ, ਡਿੱਗ ਗਿਆ, ਲੱਤ ਟੁੱਟ ਗਈ, ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਸੋ ਮਹਾਰਾਜ ਜੀ ਦੇ ਪਿਆਰਾ ਸਿੱਖ ਗੁਰੂ ਦਾ ਸਿੰਘ ਭਾਈ ਬਚਿੱਤਰ ਸਿੰਘ ਜੀ, ਜੋ ਕਦ ਕਾੜ ਵਿੱਚ ਬਹੁਤੇ ਜ਼ਿਆਦਾ ਉੱਚੇ ਨਹੀਂ ਸਨ, ਲੰਬੇ ਨਹੀਂ ਸਨ, ਪਰ ਬਖਸ਼ਿਸ਼ ਪੂਰੀ ਸੀ ਲਿਖਿਆ ਇਤਿਹਾਸ ਵਿੱਚ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਵੀ ਭਾਈ ਬਚਿੱਤਰ ਸਿੰਘ ਜੀ ਵੀ ਹਾਥੀ ਆ ਰਿਹਾ, ਮਹਾਰਾਜ ਜੀ ਆਗਿਆ ਬਖਸ਼ੋ, ਹੁਕਮ। ਬਚਿੱਤਰ ਸਿੰਘ ਤੁਸੀਂ ਇਸ ਹਾਥੀ ਦਾ ਮੁਕਾਬਲਾ ਕਰਨਾ। ਮਹਾਰਾਜ ਜੀ 7 ਬਚਨ, ਮੇਰੇ ਧੰਨ ਭਾਗ, ਮੇਰੇ ਭਾਗ ਕਰਮ ਚੰਗੇ, ਤੁਸੀਂ ਮੈਨੂੰ ਇਹ ਸੇਵਾ ਦਿੱਤੀ। ਗੁਰੂ ਗੋਬਿੰਦ ਸਿੰਘ ਮਹਾਰਾਜ, ਮੇਰੇ ਬਹੁਤ ਚੰਗੇ ਭਾਗ, ਮੈਨੂੰ ਤੁਸੀਂ ਕਾਬਲ ਸਮਝਿਆ, ਮੇਰੇ ਤੇ ਭਾਗ ਖੁੱਲ ਗਏ। ਕਿਉਂਕਿ ਜਿਹਨੂੰ ਮਹਾਰਾਜ ਸਾਧ ਸੰਗਤ ਜੀ ਸੇਵਾ, ਦੇਖੋ ਭਾਈ ਬਚਿੱਤਰ ਸਿੰਘ ਨੂੰ ਪਤਾ ਹੈ ਵੀ ਮੈਨੂੰ ਮੌਤ ਵੀ ਆ ਸਕਦੀ ਹੈ, ਭਾਵੇਂ ਉਸਨੇ ਹਾਥੀ ਨੂੰ ਮਾਰ ਦਿੱਤਾ, ਪਰ ਉਹ ਸੂਰਬੀਰ ਦੇਖੋ ਕਹਿ ਰਿਹਾ ਮੇਰੇ ਭਾਗ ਚੰਗੇ, ਮੈਨੂੰ ਸੇਵਾ ਮਿਲੀ। सतगुर की सेवा सबल है, जे को करे चित लाए। महाराज कहते जो चाहेगा वो मिलेगा, पर चित ला के सेवा करी। गुरु की सेवा साध संगत जी चित ला के असी सारे जने करया करिए। जे मैं हाँ मैनू भी चित ला के करनी चाहिए, तुहानू भी चित ला के गाना चाहिए, चित ला के सुनना चाहिए, चित ला के बाणी पढ़नी चाहिए, चित ला के गुरु की सेवा करनी चाहिए। बोझ समझ के नहीं, मजबूरी दे विच नहीं, वो हाजरी नहीं लगती, वो प्रवान नहीं हुंदी जिहड़ा बंदा बोझ दे नाल मजबूरी दे विच कोई काम करदा। इस करके बद्धा चट्टी जो परे ना गुण ना उपकार। असीं कई बार कह दिता दिल करदा ते काम कर, नहीं ते छड्ड दे। जो साडे सामने कोई काम करदा होवे ना, किसी कोल काम कराउंदे होईए, सानू पता लग जाए भी इहदा काम दे विच ध्यान नहीं, इंटरस्ट नहीं, असीं कहने दिल करदा ते कर, नहीं जा भाई। गुरु भी कहंदा है तू सेवा करनी है ते चित ला के करी, सेवा करनी है ते मन दे नाल करी। क्योंकि बद्धा चट्टी जो परे ना गुण ना उपकार, समा खराब ना करी, नींद खराब ना करी, शरीर खराब ना करी, चित ला के बोझ दे नाल नहीं। जिहड़ा चित ला के करदा ओदी सेवा प्रवान हुंदी, उसनूं सेवा दे बदले गिण के नहीं दस सकते भी की मिलता। सेवा के बदले तुसीं पिछले दिनों च सुनिया उन्होंने सब कुछ मिल जाता। जिवें भाई लैनी नूं गुरगद्दी मिली, बाबा अमरदास जी नूं गुरगद्दी मिली, मतलब गुरु नानक दे घर दे असली वारस बन जाते हैं, गुरु नानक दे घर दे पुत्र बन जाते हैं, बड़ा कुछ मिल जाता। हाँ जी, भाई बचित्तर सिंह जी कहते हैं शुक्र है महाराज जी मैनू सेवा मिली है। तो महाराज जी कहते सिंघा जा कर मुकाबला हाथी दा। ये ताकत केड़ी सी? ये ताकत सी गुरु दे शब्द दी, गुरु दी असीस, गुरु दे खंडे बाटे दा अमृत। इस अमृत नूं छकिया जिन्हां ने बिना सिरों धड़ लड़दे हाथियां दे नाल करन मुकाबले नहीं, मौत तो डरदे, वो नहीं डरदे, नहीं डरदे, बिल्कुल नहीं डरदे। भाई बचित्तर सिंह जी सो उस हाथी दे नाल मुकाबला करन दे लई नागनी हाथ विच फड़ी है, घोड़े ते सवार होके ते अगे जांदे ने। भाई बचित्तर सिंह रकाब दे उत्ते पैर रख के ते जयकारे लाउंदे जांदे ने। हाथी नूं मड़िया पिया पूरी तरह लोहे दे नाल, भी इहदे ते कोई हमला कीता जाए इहदा नुकसान ना होवे। ਉਹ ਦਹਾੜ के चीका मारदा जिहड़ा अगे नूं वध ਰਿਹਾ है। ते इधर गुरु दा सिंह भी बख्शिश दे नाल उस हाथी वल वध ਰਿਹਾ है, हाथी वल वध ਰਿਹਾ है। ते की कीता? जयकारा लाउंदे होए ने अपने हाथ विच फड़ी हुई नागनी पूरी बख्शिश नाल गुरु गोबिंद सिंह जी की कृपा थापड़े दे नाल उस हाथी दे मत्थे दे विच ऐसी मारी कि लोहे नूं तविया नूं चीरदी होई लहू दे फुहारे चल गए, लहू दे फुहारे चल गए। ते फिर की होया? जदों फुहारे चले ते सारे पासे हाहाकार मच गई, हाथी पिछे मुड़िया। सो ये जिहड़ा जंग युद्ध है ये बड़ा लंबा है, पर मैं संखेप दे विच तुहाडे नाल साझा करदा क्योंकि असी मेन जिहड़ा है उस साहिबजादियां दी शहीदी दे बारे तुहाडे नाल
ਵਿਚਾਰ ਸਾਂਝੇ ਕਰਨੇ ਨੇ। ਇਹ ਅਨੰਦਪੁਰ ਸਾਹਿਬ ਦੇ ਵਿੱਚ ਸੰਖੇਪ ਦੇ ਵਿੱਚ ਜਿਹੜੀ ਉਹਨਾਂ ਮੁਗਲਾਂ ਦੇ ਨਾਲ ਜਾਂ ਪਹਾੜੀ ਰਾਜਿਆਂ ਦੇ ਨਾਲ ਲੜਾਈ ਹੋ ਰਹੀ ਸੀ ਉਹਦੇ ਬਾਰੇ ਤੁਹਾਨੂੰ ਸੰਖੇਪ ਵਿੱਚ ਚਾਨਣਾ ਪਾ ਰਹੇ ਹਾਂ ਗੁਰੂ ਦੀ ਕਿਰਪਾ ਦੇ ਨਾਲ। ਸੋ ਬਚਿੱਤਰ ਸਿੰਘ ਜੀ ਨੇ ਨਾਗਣੀ ਦੇ ਨਾਲ ਉਸ ਹਾਥੀ ਦਾ ਬੁਰਾ ਹਾਲ ਕਰਦਾ, ਹਾਥੀ ਮੁੜ ਚੀਕਾਂ ਮਾਰਦਾ ਵਾਪਸ ਮੁੜ ਗਿਆ। ਉਹ ਫੌਜ ਜਿਹੜੀ ਮੁਕਾਬਲਾ ਕਰਨ ਦੇ ਲਈ ਇੱਧਰ ਅਨੰਦਪੁਰ ਸਾਹਿਬ ਨੂੰ ਵੱਧ ਰਹੀ ਸੀ, ਉਹਨਾਂ ਫੌਜਾਂ ਦਾ ਹੀ ਉਹਨਾਂ ਨੂੰ ਹੀ ਦਰੜਦਾ ਹੋਇਆ ਹਾਥੀ ਅੱਗੇ ਨੂੰ ਵਧਿਆ ਤੇ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ। ਤੇ ਬਚਿੱਤਰ ਸਿੰਘ ਨੂੰ ਐਦਾਂ ਦੀ ਬਖਸ਼ਿਸ਼ ਹੋਈ, ਜਿਹੜਾ ਰਾਜਾ ਕੇਸਰੀ ਚੰਦ ਸੀ, ਕੇਸਰੀ ਚੰਦ ਐਡੀ ਬਖਸ਼ਿਸ਼ ਸੀ ਭਾਈ ਬਚਿੱਤਰ ਸਿੰਘ ਜੀ ਦੇ ਉੱਪਰ। ਕੇਸਰੀ ਚੰਦ ਦਾ ਸਿਰ ਜਿਹੜਾ ਸੀ ਤਲਵਾਰ ਦੇ ਨਾਲ ਵੱਢ ਦਿੱਤਾ। ਭਾਈ ਬਚਿੱਤਰ ਸਿੰਘ ਜੀ ਨੇ ਕੇਸਰੀ ਚੰਦ ਦਾ ਸਿਰ ਵੱਢ ਦਿੱਤਾ ਤੇ ਸਿਰ ਵੱਢ ਕੇ ਪਤਾ ਕੀ ਕੀਤਾ, ਬਰਸ਼ੇ ਤੇ ਟੰਗ ਕੇ ਤੇ ਕਿਲੇ ਵਿੱਚ ਲੈ ਆਇਆ। ਹੁਣ ਐਡੇ ਐਡੇ ਸੂਰਮੇ ਯੋਧੇ ਜਾਗੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਨੇ ਸਗਲ ਵਤ ਸਤਾਕੇ ਜਾਗਾ ਸਤਿਗੁਰ ਪੂਰਾ। ਇਹ ਜਿਹਦਾ ਸਤਿਗੁਰ ਪੂਰਾ ਪੂਰਾ ਹੱਥ ਹੈ ਨਾ, ਸਮਰੱਥ ਗੁਰੂ ਸਿਰ ਹੱਥ ਧਰਿਓ, ਉਹਦੇ 1.25 ਲੱਖ ਦੇ ਨਾਲ ਲੜ ਜਾਂਦੇ ਨੇ। ਜਦੋਂ ਕੇਸਰੀ ਚੰਦ ਦਾ ਸਿਰ ਵੱਢਿਆ ਤੇ ਚੱਕ ਕੇ ਲੈ ਗਏ ਗੁਰੂ ਦੇ ਸਿੰਘ, ਤੇ ਜੋ ਦੇਖਦੇ ਨੇ ਫਿਰ ਉਹ ਤੇ ਆਪੇ ਹੀ ਉਹਨਾਂ ਨੇ ਕੰਬਣਾ ਹੀ ਕੰਬਣਾ, ਉਹਨਾਂ ਨੇ ਤੇ ਕੰਬਣਾ ਹੀ ਕੰਬਣਾ। ਉਹਨਾਂ ਦੇ ਹੌਸਲੇ ਜਿਹੜੇ ਨੇ ਉਹ ਡੋਲਣੇ ਹੀ ਡੋਲਣੇ ਨੇ। ਤੇ ਫਿਰ ਜਦੋਂ ਆਉਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਈ ਬਚਿੱਤਰ ਸਿੰਘ ਨੂੰ ਬਹੁਤ ਬਖਸ਼ਿਸ਼ਾਂ ਕਰਦੇ ਨੇ, ਬੜੀ ਕਿਰਪਾ, ਬੜੀ ਮਿਹਰ, ਬਹੁਤ 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 ਬਖਸ਼ਿਸ਼ ਕਰਕੇ ਮਹਾਰਾਜ ਜੀ ਵਡਿਆਈਆਂ ਦਿੰਦੇ ਨੇ ਔਰ ਸੱਚੇ ਪਾਤਸ਼ਾਹ ਆਪਣੇ ਗਲ ਦੇ ਨਾਲ ਲਾਉਂਦੇ ਨੇ। ਸੋ ਇਸੇ ਤਰ੍ਹਾਂ ਇਹ ਲੜਾਈ ਜਿਹੜੀ ਹੈ ਇਹ ਚੱਲਦੀ ਪਈ ਹੈ। ਜਥੇ ਬਣਾ ਕੇ ਮਹਾਰਾਜ ਜੀ ਭੇਜਦੇ ਨੇ, ਕੋਈ ਕਿਸੇ ਤਰ੍ਹਾਂ, ਕੋਈ ਰਾਤ ਦੇ ਹਨੇਰੇ ਦੇ ਵਿੱਚ ਜੋ ਵੀ ਤਰੀਕਾ ਜਿਹੜਾ ਹੈ ਵਰਤ ਹੁੰਦਾ ਹੈ ਉਹ ਵਰਤਦੇ ਨੇ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਦੇ ਵਿੱਚ ਉਹਨਾਂ ਨੂੰ ਘੇਰਾ ਪਿਆ ਹੋਇਆ, ਉਹ ਪੂਰੀ ਤਿਆਰੀ ਦੇ ਨਾਲ ਅੱਗੇ ਫੌਜਾਂ ਨੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਜੋ ਉਹਨਾਂ ਦੇ ਕੋਲ ਸੀ ਸੀਮਤ ਹੀ ਸਭ ਕੁਝ ਸੀ, ਖਾਣ ਪੀਣ ਸੀਮਤ ਔਰ ਜੋ ਹਥਿਆਰ ਸੀ ਸੀਮਤ, ਜੋ ਵੀ ਗੋਲਾ ਬਰੂਦ ਸੀ ਉਹ ਸੀਮਤ ਸੀ। ਸੋ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜੋ ਵੀ ਮੁਕਾਬਲਾ ਕਰਨ ਆਇਆ ਉਹ ਹਾਰ ਕੇ ਗਿਆ, ਕੋਈ ਜਿੱਤ ਕੇ ਨਹੀਂ ਗਿਆ। ਇਹ ਵੀ ਬੜੀ ਇੱਕ ਵੱਡੀ ਗੱਲ ਹੈ। ਏਦਾਂ ਕਦੀ ਨਹੀਂ ਹੋਇਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹਰਾ ਦਿੱਤਾ ਹੋਵੇ, ਕਮਾਲ ਹੈ। ਇੰਨੀਆਂ ਵੱਡੀਆਂ ਫੌਜਾਂ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹਰਾ ਨਾ ਸਕੇ। ਸੋ ਗੁਰੂ ਮਹਾਰਾਜ ਜੀ ਨੂੰ ਅਦੀਨਾ ਬੇਗ ਜੀ ਆਇਆ ਤੇ ਉਹਨੂੰ ਵੀ ਭੱਜਣ ਤੇ ਮਜਬੂਰ ਕਰ ਦਿੱਤਾ। ਪੈਂਦੇ ਖਾਂ ਆਇਆ ਤੇ ਉਹਦੇ ਵੀ ਕੰਨ ਦੇ ਵਿੱਚ ਤੀਰ ਛੱਡਿਆ। ਸ਼ਾਇਦ ਬੇਗ ਆਇਆ ਤੇ ਏਦਾਂ ਮਹਾਰਾਜ ਜੀ ਨੇ ਪ੍ਰਭਾਵਿਤ ਕੀਤਾ, ਉਹ ਸ਼ਰਧਾਲੂ ਹੀ ਬਣ ਗਿਆ। ਉਹ ਮਹਾਰਾਜ ਤੋਂ ਇੰਨਾ ਪ੍ਰਭਾਵਿਤ ਹੋਇਆ ਸ਼ਾਇਦ ਬੇਗ ਸ਼ਰਧਾਲੂ ਬਣ ਗਿਆ। ਅਲਫ ਖਾਂ ਆਇਆ ਤੇ ਉਹ ਵੀ ਡਰ ਕੇ ਭੱਜ ਗਿਆ। ਅਜਮੇਰ ਚੰਦ ਭੀਮ ਚੰਦ ਦਾ ਪੁੱਤਰ, ਜੇ ਉਹ ਆਉਂਦਾ ਮੁਕਾਬਲਾ ਕਰਨ ਤੇ ਉਹਨੂੰ ਵੀ ਮਹਾਰਾਜ ਜੀ ਸਬਕ ਸਿਖਾ ਦਿੰਦੇ ਨੇ, ਚਾਹੇ ਕੋਈ ਵੀ ਆਉਂਦਾ। ਔਰ ਕਈ ਜਰਨੈਲ ਤੇ ਗੁਰੂ ਮਹਾਰਾਜ ਜੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਸ਼ਰਧਾਲੂ ਹੀ ਬਣ ਗਏ। ਮਹਾਰਾਜ ਜੀ ਦੇ ਸ਼ਰਧਾਲੂ ਹੀ ਬਣ ਗਏ। ਮਹਿਮੂਦ ਖਾਂ ਮਹਾਰਾਜ ਜੀ ਨੂੰ ਦੇਖ ਕੇ ਚਰਨਾਂ ਤੇ ਹੀ ਡਿੱਗ ਪਿਆ। ਔਰ ਇਹ ਜਦੋਂ ਗੱਲ ਔਰੰਗਜ਼ੇਬ ਤੱਕ ਪਹੁੰਚੀ ਵੀ ਮੇਰੇ ਜਿਹੜੇ ਆ ਸੂਬੇਦਾਰ ਨੇ ਜਾਂ ਅਗਵਾਈ ਕਰਦੇ ਪਏ ਨੇ ਫੌਜ ਦੀ, ਇਹ ਉਹਨਾਂ ਦੇ ਸ਼ਰਧਾਲੂ ਬਣੀ ਜਾ ਰਹੇ ਨੇ। ਔਰੰਗਜ਼ੇਬ ਨੇ ਫਿਰ ਇੱਕ ਰਿਟਨ ਇੱਕ ਮੈਸੇਜ ਘੱਲਿਆ, ਤਾੜਨਾ ਵੀ ਕੀਤੀ ਸੂਬੇਦਾਰਾਂ ਨੂੰ ਵੀ ਤੁਸੀਂ ਐਡੇ ਤਜਰਬੇਕਾਰ ਬੰਦੇ, ਇੰਨੀ ਤੁਸੀਂ ਸਿਖਲਾਈ ਲਈ। ਉਹ ਕੱਲ ਦੇ ਸਿੱਖ ਜਿਹੜੇ ਨੇ ਜਿਨ੍ਹਾਂ ਨੇ ਕੋਈ ਬਹੁਤੀ ਯੁੱਧ ਨੀਤੀ ਵੀ ਨਹੀਂ ਆਉਂਦੀ, ਕੋਈ ਪ੍ਰੋਪਰ ਉਹਨਾਂ ਨੇ ਇਹ ਚੀਜ਼ ਵੀ ਨਹੀਂ ਸਿੱਖੀ,
ट्रेनिंग भी हो सकता पूरी ना की है, तुहानू हराई जाते ने, तुसी कुछ करो, तुसी कुछ सोचो। ये जड़ियाँ चीज़ां सी ये औरंगजेब ने सतसंगत जी ये अपने सूबेदारां नू, जो भी सेनापति सन, जो भी फौज के कमांडर सन, उन्होंने ये भेजियां हदायतां भी तुसी अपने आप नू संभालो, संभलो भी किसी भी तरीके दे नाल गुरु गोबिंद सिंह महाराज नू मजबूर कर दिओ आनंदपुर साहब छड्डण दे लई। ਉਹਦੇ ਤੋਂ ਬਾਅਦ फिर देखी जाएगी जो कुछ भी ਅਸੀਂ करना। ਤੇ ਹੁਣ ਜਦੋਂ ਉਹਨਾਂ ਦੀ ਪੇਸ਼ ਨਹੀਂ ਚੱਲ ਰਹੀ ਪਹਾੜੀ ਫੌਜਾਂ ਦੀ ਜਾਂ ਨਾਲ ਉਹਨਾਂ ਦੇ ਜਿਹੜੇ ਵੀ ਤੁਰਕ ਰਲੇ ਹੋਏ ਨੇ ਉਹਨਾਂ ਦੀ ਪੇਸ਼ ਨਹੀਂ ਚੱਲ ਰਹੀ, ਉਹਨਾਂ ਨੇ ਫਿਰ ਇੱਕ ਪਲਾਨ ਤਿਆਰ ਕੀਤਾ ਝੂਠਾ। ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮੈਸੇਜ ਭੇਜਿਆ, ਸੁਨੇਹਾ ਭੇਜਿਆ ਵੀ ਅਸੀਂ ਕਸਮ ਖਾਂਦੇ ਹਾਂ, क्योंकि नुकसान बहुत हो रहा सी उन्हां दा, असी कसम खांदे हाँ, गऊ की कसम खांदे हाँ, आ फलाने की कसम खांदे हाँ भी असी तुहाडे नाल कोई भी वधीकी कोई भी हमला नहीं करांगे, तुसी आनंदपुर साहब नूं छड्ड दिओ। उधर कई महीने हो गए घेरा पे नूं, सिंह जिहड़े से शरीरक बल भी घट गया, कमजोर हो गए, रोटी ना मिले पूरी, पानी ना पूरा मिले, ते शरीर जिहड़ा है कोई 2 दिन रोटी ना खाए ते तीजे दिन ओहदा चेहरा देख लेना, कोई 2-4 दिन पानी ना पीवे ते ओहदा 5वें दिन चेहरा देख लेना, मरण वर्गा हो जाता बंदा। बिल्कुल सही है, क्योंकि शरीर एक मशीनरी है, इनू ताकत चाहिए है, एनर्जी चाहिए है, ये भोजन चाहिए, पहला पानी जो है जितारिया सब कोई, भोजन भी चाहिए, पानी भी चाहिए, क्योंकि भूखे भगत ना कीजे, जो कुछ भी होना भगती भी भाई, पेट में रोटी होएगी, असी 4 दिन रोटी ना खाइए तो ना कीर्तन सुन सकते हैं, ना कथा सुना सकते हाँ। ये जो रब ने चीज़ बनाई है सारिया ओदियां ही पदार्थ बनाए हुए ने, शरीर नूं जरूरत है, एनर्जी की जरूरत है, एनर्जी ना होवे ना असी बह सकते हैं ना बोल सकते हाँ, एनर्जी कित्थों आएगी, सानू भोजन छकना पएगा बड़े वधिया तरीके दे नाल, संतुलित खुराक लेनी पएगी, विटामिन जो भी चीज़ां ने, और ये जानकारी होनी चाहिए सानू कित्थों कित्थों मिलते हैं। जदों तक असी ये चीज़ां नूं अपनाउंदे नहीं, साडा रिश्ट पुष्ट शरीर नहीं हुंदा, ना धर्म के खेत्र विच, ना कोई राजनीतिक ना समाजिक खेत्र विच योगदान पा सकते हैं। शरीर ही नहीं ठीक होएगा कित्थे योगदान पावांगे। इस करके पहला स्वर्ग नरोगी का है, सो खैर मेरा विषय नहीं, आओ इधर चलिए। शरीर नूं संभालना तां ही महाराज जी घोलां करांदे हुंदे सी, खुराकां खवांदे हुंदे सी, घ्यो दे छन्ने पिआंदे हुंदे सी। गुरु हरगोबिंद जी खास करके, माला खाड़ा गुरु अंगद देव जी पातशाह जी, ये सारियां चीज़ां गुरुआं ने शुरू तो ही आरंभ कीतियां होईयां सन। सो दरख्तां दे पत्ते ते छिल्लां नूं पीस के ਸਿੰਘਾਂ ने उस आनंदपुर साहब दे अंदर सतसंगत जी अपनी भुख नूं मिटाया ते बुरा हाल हो गया। रसद रोक दी गई, पानी रोक दिता गया, ते महाराज जी ने जरा जल सी वो तीर दे नाल भी कहंदे प्रगट किया। गुरु गोबिंद सिंह महाराज जी कुछ भी कर सकते सन, पर वो भाने दे विच रहना चाहते सन। ते हुण सिंह भी की करते सी, रात नूं अद्धी रात नूं हल्ला बोलते सन, नुकसान कर देंदे सन फौज का, और जो भी उन्होंने मिलता सी लुट के लै आउंदे सन। हुण आनंदपुर साहब महाराज जी दे कोल ना, जिथे महाराज जी दे कोल हर चीज़ सी, उत्थे महाराज जी को ना एक खजाने बहुत सन। तुसी गुरु गोबिंद सिंह महाराज जी का जो जीवन पढ़ोगे ना, उस विच आएगा महाराज जी को 52 कवि होंदे सी। जदों महाराज जी प्रसन्न होंदे सी, पौंटा साहब की धरती ते कवियां ने महाराज जी नूं प्रसन्न करना, ते महाराज जी ने कहना भी सिंघो लियाओ भर के, बोरे भर के लियाओ मोहरां दे, ते महाराज जी ने ढाल दे नाल इदां रुग जिद्दां असीं कह दईए, जां कोई चीज़ थाली भर के, जां इस तरह महाराज ढाल दे नाल भर के ते कहंदे झोली च पा दिंदे हुंदे सन मोहरां। असी अंदाजा नहीं लगा सकते भी गुरु महाराज जी एक कविता की कितनी कदर करते सन। वो कविता पढ़ते सन,
52 ਕਵੀ ਜਿਹੜੇ ਸੀ ਉਹ ਕਵਿਤਾਵਾਂ ਸੁਣਾਉਂਦੇ ਹੁੰਦੇ ਸਨ। ਕਹਿੰਦੇ 52 ਕਵੀ ਰੱਖੇ ਹੁੰਦੇ ਸਨ। ਮਹਾਰਾਜ ਜੀ ਇੰਨੇ ਪ੍ਰਸੰਨ ਹੁੰਦੇ ਸਨ, ਉਹਨਾਂ ਨੂੰ ਸੋਨੇ ਦੇ ਨਾਲ ਤੋਲ ਦਿੰਦੇ ਸਨ, ਇੰਨਾ ਉਹਨਾਂ ਨੂੰ ਦਿੰਦੇ ਸਨ। ਸੋ ਇਹ ਚੀਜ਼ ਸਾਨੂੰ ਇਹ ਵੀ ਮੈਸੇਜ ਦਿੰਦੀ ਹੈ ਵੀ ਕੋਈ ਵੀ ਗੁਰਬਾਣੀ ਪੜ੍ਹਨ ਵਾਲਾ, ਕੋਈ ਵੀ ਰੱਬ ਦੀ ਗੱਲ ਸੁਣਾਉਣ ਵਾਲਾ, ਉਹਦਾ ਸਤਿਕਾਰ ਵੱਧ ਤੋਂ ਵੱਧ ਹੋਣਾ ਚਾਹੀਦਾ। ਕੋਈ ਇਹ ਨਾ ਸਮਝੋ ਵੀ ਭਾਈ ਸਾਹਿਬ ਕੋਈ ਚੀਜ਼ ਮੰਗਣ ਦੇ ਲਈ ਖਰੇ ਇਹ ਚੀਜ਼ ਕਹਿ ਰਹੇ ਨੇ। ਕੋਈ ਵੀ ਚੀਜ਼ ਨਾ ਦਿੱਤੀ ਜਾਏ, ਘੱਟੋ ਘੱਟ ਸਤਿਕਾਰ ਜ਼ਰੂਰ ਹੋਣਾ ਚਾਹੀਦਾ ਹੈ, ਬਹੁਤ ਜ਼ਿਆਦਾ ਸਤਿਕਾਰ, ਬਹੁਤ ਜ਼ਿਆਦਾ ਰਿਸਪੈਕਟ, ਇੱਜ਼ਤ ਉਹ ਮਾਇਆ ਤੋਂ ਕਿਧਰੇ ਉੱਪਰ ਹੁੰਦੀ ਹੈ। ਇਸ ਕਰਕੇ ਜੋ ਰੱਬ ਦੀ ਗੱਲ ਸੁਣਾਉਂਦਾ ਹੈ ਉਹਦਾ ਸਤਿਕਾਰ ਜਿਹੜਾ ਹੁੰਦਾ ਉਹ ਰੱਬ ਦਾ ਸਤਿਕਾਰ ਹੁੰਦਾ ਹੈ ਤੇ ਰੱਬ ਦੇ ਚਰਨਾਂ ਵਿੱਚ ਹਾਜ਼ਰੀ ਲੱਗ ਜਾਂਦੀ ਹੈ। ਸੱਚੀ ਗੱਲ ਹੈ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਖਜ਼ਾਨਾ ਬੜਾ ਸੀ। ਸੋ ਹੁਣ ਆਨੰਦਪੁਰ ਸਾਹਿਬ ਦੇ ਵਿੱਚ ਉਹ ਦਿਨ ਚੱਲ ਰਹੇ ਨੇ, ਆਹ ਦਿਨ ਨਹੀਂ ਚਲੋ ਲਾ ਲਈਏ ਆਪਾਂ। ਮਹਾਰਾਜ ਜੀ ਨੂੰ ਬਿਲਕੁਲ ਪਤਾ ਸੀ ਵੀ ਹੋ ਸਕਦਾ ਆਨੰਦਪੁਰ ਸਾਹਿਬ ਛੱਡਣਾ ਪਵੇ। ਸੋ ਮਹਾਰਾਜ ਜੀ ਕੋਲ ਖਜ਼ਾਨਾ ਇੰਨਾ ਸੀ, ਮਹਾਰਾਜ ਨੇ ਉੱਥੇ ਇਹ ਵੀ ਅਨਾਉਂਸ ਕਰ ਦਿੱਤੀ ਸੀ ਵੀ ਜਿਨ੍ਹਾਂ ਨੇ ਆਪਣੇ ਲਾਗੇ ਲਾਗੇ ਦੇ ਪਿੰਡਾਂ ਵਾਲੇ ਜਿਹੜੇ ਵੀ ਸਿੱਖ ਨੇ ਭਾਈ ਗ੍ਰਸਤੀ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਨੇ ਤੇ ਚਲੇ ਜਾਓ। ਔਰ ਮਹਾਰਾਜ ਜੀ ਨੇ ਕੀ ਕੀਤਾ ਸੀ, ਖਜ਼ਾਨਾ ਇੰਨਾ ਸੀ ਮਹਾਰਾਜ ਜੀ, ਮਹਾਰਾਜ ਜੀ ਕਹਿੰਦੇ ਭਰੋ ਪੰਡਾਂ ਤੇ ਮਹਾਰਾਜ ਜੀ ਨੇ ਰੋੜ ਦਿੱਤਾ ਸਤਲੁਜ ਦੇ ਵਿੱਚ। ਇਹ ਲਿਖਿਆ ਹੋਇਆ। ਸਿੱਖ ਬਹੁਤ ਨਾਰਾਜ਼ ਹੋਏ, ਕਹਿੰਦੇ ਮਹਾਰਾਜ ਜੀ ਕੀ ਕਰਦੇ ਹੋ, ਤੇ ਸਾਡੇ ਕੰਮ ਦੀ ਚੀਜ਼। ਮਹਾਰਾਜ ਜੀ ਕਹਿੰਦੇ ਕੰਮ ਦੀ ਚੀਜ਼ ਨਹੀਂ, ਉਹ ਪੁਆੜੇ ਵਾਲੀ ਚੀਜ਼ ਹੈ, ਜੋ ਕੀਤਾ ਠੀਕ ਕੀਤਾ। ਮਹਾਰਾਜ ਜੀ ਨੇ ਕਹਿੰਦੇ ਬਹੁਤ ਸਾਰਾ ਖਜ਼ਾਨਾ ਜਿਹੜਾ ਸੀ ਉਹ ਸਤਲੁਜ ਦੇ ਵਿੱਚ ਸੁੱਟ ਦਿੱਤਾ ਤੇ ਸਿੱਖਾਂ ਨੇ ਬੜਾ ਰੋਸ ਕੀਤਾ। ਮਾਤਾ ਕੋਲ ਕੰਪਲੇਂਟ ਵੀ ਕੀਤੀ ਜਾ ਕੇ, ਮਾਤਾ ਜੀ ਆਹ ਕੀ ਕੀਤਾ ਸਤਿਗੁਰੂ ਜੀ ਨੇ, ਇਹ ਸਾਨੂੰ ਦੇ ਦਿੰਦੇ। ਮਹਾਰਾਜ ਜੀ ਕਹਿੰਦੇ ਨਹੀਂ, ਮੈਂ ਆਪਣੇ ਪੁੱਤਰਾਂ ਨੂੰ ਜ਼ਹਿਰ ਨਹੀਂ ਦੇਣੀ, ਕਿਉਂਕਿ ਇਹ ਮਾਇਆ ਜਿਹੜੀ ਹੈ ਇਹ ਲੜਾਈ ਦਾ ਕਾਰਨ ਬਣਦੀ ਹੈ। ਇਹ ਮਾਇਆ ਜਿਹੜੀ ਹੈ ਇਹ ਪਰੇਸ਼ਾਨੀ ਦਾ ਬਹੁਤਾ ਕਾਰਨ ਬਣਦੀ ਹੈ। ਇਸ ਕਰਕੇ ਜੇ ਇਹਨਾਂ ਕੋਲ ਹੋਏਗਾ ਨਹੀਂ ਤੇ ਇਹਨਾਂ ਨੇ ਉੱਧਰ ਹੀ ਚਲੇ ਜਾਣਾ। ਇਸ ਕਰਕੇ ਉਹਨਾਂ ਨੂੰ ਪਤਾ ਹੋਏਗਾ, ਸੱਚੇ ਪਾਤਸ਼ਾਹ ਨੂੰ ਪਤਾ ਹੈ ਵੀ ਕੀ ਚਾਹੀਦਾ ਇਹਨਾਂ ਨੂੰ, ਕੀ ਨਹੀਂ ਚਾਹੀਦਾ। ਸੋ ਜਦੋਂ ਹੁਣ ਬੇਬਸੀ ਹੋ ਗਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿੰਘ ਬੇਨਤੀ ਕਰਨ ਲੱਗੇ, ਮਹਾਰਾਜ ਜੀ ਮੰਨ ਲਓ ਤੇ ਗੱਲ, ਇਹਨਾਂ ਦੀ ਗੱਲ ਮੰਨ ਲਓ। ਮਹਾਰਾਜ ਜੀ ਕਹਿੰਦੇ ਯਕੀਨ ਨਹੀਂ ਕੀਤਾ ਜਾ ਸਕਦਾ ਭਾਈ, ਇਹਨਾਂ ਤੇ ਕੋਈ ਯਕੀਨ ਨਹੀਂ, ਕੀ ਕਰਨਗੇ। ਮਹਾਰਾਜ ਜੀ ਕਹਿੰਦੇ ਚਲੋ ਇੱਕ ਤੁਹਾਨੂੰ ਤਜਰਬਾ ਕਰਕੇ ਦੱਸਦੇ ਆ। ਮਹਾਰਾਜ ਜੀ ਨੇ ਜਿੰਨਾ ਵੀ ਕੋਈ ਗੰਦ ਮੰਦ ਖਲਾਰਾ, ਮਰੇ ਪਸ਼ੂ ਸੀ, ਹੱਡੀਆਂ ਸੀ, ਸਾਰੀਆਂ ਗੱਡਿਆਂ ਤੇ ਲੱਦੀਆਂ, ਜੋ ਵੀ ਕੂੜ ਕਵਾੜ ਸੀ ਲੱਦ ਕੇ ਗੱਡੇ ਭਰ ਕੇ ਉੱਤੇ ਦੁਸ਼ਾਲੇ ਪਾ ਕੇ ਸੋਹਣੇ ਬਣਾ ਕੇ ਮਹਾਰਾਜ ਜੀ ਕਹਿੰਦੇ ਇਹ ਗੱਡਿਆਂ ਨੂੰ ਲੈ ਕੇ ਜਾਓ, ਦੇਖ ਲਿਓ ਨਜ਼ਾਰਾ। ਗੱਡੇ ਲੱਦ ਕੇ ਸਾਰਾ ਬੇਕਾਰ ਸਮਾਨ ਭਰ ਕੇ ਤੇ ਬਾਹਰ ਘੱਲਿਆ ਗਿਆ ਤੇ ਉਹ ਜਿਹੜੇ ਬਾਹਰ ਬੈਠੇ ਸੀ ਕਹਿੰਦੇ ਕੁਛ ਨਹੀਂ ਕਵਾਂਗੇ, ਉਹਨਾਂ ਨੇ ਟੁੱਟ ਕੇ ਪੈ ਗਏ। ਮਹਾਰਾਜ ਜੀ ਦੇ ਪਾਸ ਆ ਕੇ ਸਿੱਖਾਂ ਨੇ ਦੱਸਿਆ ਮਹਾਰਾਜ ਜੀ ਇੰਝ ਹੋਈ। ਸਤਿਗੁਰੂ ਕਹਿੰਦੇ ਨਹੀਂ, ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਭਾਈ, ਇਹ ਪਤਾ ਨਹੀਂ ਕੀ ਕਰਨ ਕੀ ਨਾ ਕਰਨ। ਫਿਰ ਮਹਾਰਾਜ ਜੀ ਕਹਿੰਦੇ ਵੀ ਇਹ ਫਿਰ ਮੁਸ਼ਕਲ ਹੈ, ਬਹੁਤ ਮੁਸ਼ਕਲ ਹੈ। ਫਿਰ ਕੁਝ ਸਮੇਂ ਦੇ ਬਾਅਦ ਔਰੰਗਜ਼ੇਬ ਦੀ ਲਿਖੀ ਹੋਈ ਚਿੱਠੀ ਆ ਗਈ, ਉਹਨੇ ਵੀ ਕੁਰਾਨ ਦੀ ਕਸਮ ਖਾਧੀ। ਫਿਰ ਜਫਰਨਾਮੇ ਦੇ ਵਿੱਚ ਮਹਾਰਾਜ ਜੀ ਨੇ ਲਿਖਿਆ ਸੀ, ਇਹ ਮੌਤ ਦਾ ਕਾਰਨ ਬਣੀ ਸੀ। ਜਿਹੜਾ ਮੈਸੇਜ ਘੱਲਿਆ ਸੀ ਨਾ ਔਰੰਗਜ਼ੇਬ ਨੇ, ਤਾਂ ਪਰੇਸ਼ਾਨ ਹੋ ਗਿਆ ਸੀ। ਆਨੰਦਪੁਰ ਸਾਹਿਬ ਦੇ ਵਿੱਚ ਮੈਸੇਜ ਪਹੁੰਚ ਗਿਆ, ਚਿੱਠੀ ਮਿਲ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਔਰੰਗਜ਼ੇਬ ਦੀ ਵੀ ਮੈਂ ਵੀ ਕਸਮ ਖਾਨਾ। ਉਧਰ ਗਊਆਂ ਦੀਆਂ ਕਸਮਾਂ ਖਾਣ ਵਾਲੇ ਤੇ ਕੁਰਾਨ ਦੀਆਂ ਕਸਮਾਂ ਖਾਣ ਵਾਲੇ ਵੀ ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ, ਤੁਹਾਨੂੰ ਟੱਚ ਨਹੀਂ ਕੀਤਾ ਜਾਏਗਾ, ਤੁਹਾਨੂੰ ਕੁਝ ਨਹੀਂ ਆਖਿਆ ਜਾਏਗਾ, ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ। ਸਪੈਸ਼ਲ ਲਿਖਿਆ। ਤੇ ਇਹਨਾਂ ਦਿਨਾਂ ਦੇ ਵਿੱਚ ਲਿਖਿਆ ਪੀਰ ਬੁੱਧੂ ਸ਼ਾਹ ਵੀ ਆਪਣੇ ਪੁੱਤਰਾਂ ਦੇ ਨਾਲ ਤੇ 700 ਮਰੀਦ ਲੈ ਕੇ ਗੁਰੂ ਦੇ ਪਾਸ ਆ ਗਿਆ ਸੀ। ਉਹਨੇ ਵੀ ਗੁਰੂ ਦੇ ਲਈ ਮਰ ਮਿਟਣ ਦੇ ਲਈ ਵਾਅਦਾ ਕੀਤਾ ਸੀ। ਸੋ ਇਹ ਚੀਜ਼ਾਂ ਜਿਹੜੀਆਂ ਸੀ, ਸੋ ਮਹਾਰਾਜ ਜੀ ਦੇ 5 ਪਿਆਰੇ ਵੀ ਉੱਥੇ ਅਨੰਦਪੁਰ ਸਾਹਿਬ ਦੇ ਵਿੱਚ ਹੀ ਸਨ, ਉੱਥੇ ਹੀ ਸੇਵਾ ਕਰ ਰਹੇ ਸਨ। ਔਰ ਪੂਰੀ ਅਥਾਰਟੀ ਜਿਹੜੀ ਸੀ 5 ਪਿਆਰਿਆਂ ਨੂੰ ਦਿੱਤੀ ਹੋਈ ਸੀ, ਜਿਵੇਂ 5 ਪਿਆਰੇ ਕਹਿਣਗੇ, ਜਿਵੇਂ ਸਿੰਘ ਕਹਿਣਗੇ, ਉਹ ਮਹਾਰਾਜ ਜੀ ਨੇ ਕਿਹਾ ਹੋਇਆ ਸੀ ਪਹਿਲਾਂ ਹੀ ਵੀ ਮੈਂ ਮੰਨਾਂਗਾ ਤੁਹਾਡੀ ਗੱਲ, ਮੈਂ ਮੰਨਾਂਗਾ। ਜਿੱਥੇ 5 ਸਿੰਘ ਖੜ ਕੇ ਕੋਈ ਮੈਨੂੰ ਹੁਕਮ ਕਰਨਗੇ ਮੈਂ ਮੰਨ ਲਵਾਂਗਾ। ਸੋ ਗੁਰੂ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ, ਜਿਹੜੇ ਸਿੰਘ ਵੀ ਸਨ, ਸੋ ਉਹਨਾਂ ਨੇ ਇਕੱਠਿਆਂ ਹੋ ਕੇ ਬੇਨਤੀ ਕਰ ਦਿੱਤੀ। ਮਹਾਰਾਜ ਜੀ ਹੁਣ ਤੇ ਔਰੰਗਜ਼ੇਬ ਨੇ ਵੀ ਕਹਿ ਦਿੱਤਾ ਵੀ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ, ਕੁਝ ਨਹੀਂ ਕਰਦਾ, ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ। ਸੋ ਸਾਰਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਜਬੂਰ ਕੀਤਾ, ਸਾਰਿਆਂ ਨੇ।
ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਚਲੋ ਭਾਈ ਠੀਕ ਹੈ, ਜੋ ਹੁਣ ਕਰੇਗਾ ਕਰਤਾਰ, ਹੁਣ ਤੁਹਾਡਾ ਵੀ ਹੁਕਮ ਹੈ। ਬਸ ਫਿਰ ਸਾਧ ਸੰਗਤ ਜੀ ਹੋਣ ਲੱਗੀਆਂ ਹੁਣ ਆਨੰਦਪੁਰ ਸਾਹਿਬ ਤੋਂ ਤਿਆਰੀਆਂ। ਹੁਣ ਆਨੰਦਪੁਰ ਸਾਹਿਬ ਤੋਂ ਕਿਵੇਂ ਤਿਆਰੀਆਂ ਹੋਣ ਲੱਗੀਆਂ, ਕਿਹਨਾਂ ਨੇ ਇਕੱਤਰ ਕੀਤਾ, ਕਿਹਨਾਂ ਦੀ ਡਿਊਟੀ ਕਿਹੜੇ ਪਾਸੇ ਲਾਈ, ਕਿੱਦਾਂ ਜਥੇ ਬਣਾਏ, ਕਿੱਦਾਂ ਮਹਾਰਾਜ ਜੀ ਨੇ ਉਥੋਂ ਵਿਦਾਈ ਲਈ, ਕਿੱਦਾਂ ਮਹਾਰਾਜ ਜੀ ਆਨੰਦਪੁਰ ਸਾਹਿਬ ਨੂੰ ਛੱਡ ਕੇ ਗਏ, ਕਿਹੜੇ ਸਥਾਨ ਤੇ ਨਤਮਸਤਕ ਹੋਏ, ਕਿਹਨਾਂ ਦੀ ਉੱਥੇ ਡਿਊਟੀ ਲਾਈ। ਆਉਣ ਵਾਲੇ ਦਿਨਾਂ ਦੇ ਵਿੱਚ ਹਾਜ਼ਰੀ ਭਰੋ ਤੇ ਸਰਵਣ ਕਰੋ ਤੇ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਬੱਚਿਆਂ ਨੂੰ ਇਹ ਸੱਚੀ ਸੁੱਚੀ ਸਾਡੀ ਸ਼ਰਧਾਂਜਲੀ ਹੈ। ਅਸੀਂ ਆਖ ਸਕਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਸੀਂ ਤੁਹਾਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਗੁਰਪੁਰਬ ਮਨਾਇਆ। ਇਹਨੂੰ ਮਨਾਉਣਾ ਕਹਿੰਦੇ ਨੇ, ਨਾ ਕਿ ਕੋਈ ਪੂੜੀਆਂ ਛੋਲੇ ਖਾ ਕੇ ਜਾਂ ਕੋਈ ਹੋਰ ਚੀਜ਼ਾਂ ਜਲੇਬੀਆਂ ਖਾ ਕੇ, ਨਾ ਨਹੀਂ। ਆ ਜਿਹੜਾ ਸੁਣਨਾ, ਇਹ ਜਿਹੜੀ ਉਹਨਾਂ ਦੀ ਸਿਫਤ ਸੁਣਨੀ ਹੈ, ਬਸ ਇਹੀ ਸ਼ਰਧਾਂਜਲੀ ਹੁੰਦੀ ਹੈ, ਇਹੀ ਫੁੱਲ ਭੇਟ ਕਰਨੇ ਹੁੰਦੇ ਨੇ, ਇਹ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨੀ ਹੁੰਦੀ ਹੈ। ਤੇ ਆਪਣੇ ਆਪ ਨੂੰ ਥੋੜਾ ਬਦਲਣਾ, ਹੌਲੀ ਬਦਲਣਾ ਵੀ ਗੁਰੂ ਮਹਾਰਾਜ ਜੀ ਨੇ ਸਾਡੇ ਲਈ ਇੰਨਾ ਕੁਝ ਕੀਤਾ, ਅਸੀਂ ਵੀ ਜੀਵਨ ਬਦਲੀਏ, ਅਸੀਂ ਵੀ ਥੋੜਾ ਆਪਣੇ ਬੱਚਿਆਂ ਨੂੰ ਕੁਝ ਸਿਖਾਉਣਾ ਸ਼ੁਰੂ ਕਰੀਏ ਵੀ ਸਾਡੇ ਲਈ ਸਾਹਿਬਜ਼ਾਦਿਆਂ ਨੇ ਕੇਸ ਕਤਲ ਨਹੀਂ ਕਰਾਏ, ਸਾਡੇ ਲਈ ਰੋਮ ਨਹੀਂ ਕੱਟੇ ਗਏ, ਸਾਡੇ ਲਈ ਡੋਲੇ ਨਹੀਂ ਲੈ ਗਏ, ਸਾਡੇ ਲਈ ਕੋਈ ਲਾਲਚ ਕਬੂਲ ਨਹੀਂ ਕੀਤਾ, ਤੇ ਅਸੀਂ ਵੀ ਆਪਣੇ ਧਰਮ ਨੂੰ ਨਹੀਂ ਛੱਡਣਾ ਜੀ। ਕੋਈ ਸਾਨੂੰ ਲਾਲਚ ਦੇ ਕੇ ਕਹੇ ਨਾ ਆ ਜਾਓ ਬਈ ਇੱਧਰ ਆ ਜਾਓ, ਤੁਹਾਨੂੰ ਆਹ ਕੁਝ ਦਿੰਨੇ ਆ, ਤੇ ਛੱਡਣਾ ਨਹੀਂ। ਛੋਟੇ ਸਾਹਿਬਜ਼ਾਦਿਆਂ ਵੱਲ ਦੇਖ ਲੈਣ, ਆਪਣੇ ਘਰ ਦੇ ਵਿੱਚ ਹੀ ਰੁੱਖੀ ਸੁੱਕੀ ਖਾਈਦੀ ਹੁੰਦੀ ਹੈ, ਜੋ ਮਿਲ ਜਾਏ ਨਾ, ਆਪਣਾ ਘਰ ਹੀ ਚੰਗਾ ਹੁੰਦਾ ਹੈ, ਦੂਸਰੇ ਦੇ ਮਹਿਲ ਦੇ ਕੇ ਐਵੇਂ ਨਾ ਕਿਧਰੇ ਫਸ ਜਾਈ, ਬਹੁਤ ਵੱਡਾ ਧੋਖਾ ਹੋ ਜਾਏਗਾ। ਉੱਚੀ ਜਗ੍ਹਾ ਤੋਂ ਡਿੱਗਣ ਦੇ ਨਾਲ ਸੱਟ ਬਹੁਤ ਲੱਗਦੀ ਹੈ। ਕੱਕਾਂ ਦੀ ਕੁੱਲੀ ਚੰਗੀ, ਗੁਰੂ ਦੀ ਬਖਸ਼ਿਸ਼ ਮਿਲਦੀ ਰਹੇ, ਬਸ ਜੋ ਸਾਨੂੰ ਮਿਲਿਆ ਉਹ ਚੰਗਾ ਹੈ, ਬਾਕੀਆਂ ਨਾਲੋਂ ਬਹੁਤ ਚੰਗਾ ਹੈ। ਗੁਰੂ ਗ੍ਰੰਥ ਸਾਹਿਬ ਤੋਂ ਕਦੇ ਵੀ ਦੂਰ ਨਾ ਹੋਈਏ। ਮੈਂ ਵੀ ਅਰਦਾਸ ਕਰਦਾ, ਤੁਸੀਂ ਵੀ ਅਰਦਾਸ ਕਰੋ, ਗੁਰੂ ਨਾਲ ਜੁੜੇ ਰਹੀਏ, ਗੁਰੂ ਦੀ ਸਿਫਤ ਜਿੰਨੀ ਕੁ ਸਾਨੂੰ ਆਉਂਦੀ ਹੈ ਦੂਜੇ ਨੂੰ ਸੁਣਾਈਏ। ਸਾਹਿਬਜ਼ਾਦਿਆਂ ਵਾਲੇ ਹਰ ਬੰਦਾ ਜ਼ਰੂਰ ਗੱਲ ਕਰੇ, ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਅਸੀਂ ਦੇਖੋ ਹੋਰ ਵੀ ਤਿਉਹਾਰ ਮਨਾਉਂਦੇ ਹਾਂ, ਬੜੇ ਖੁਸ਼ੀ ਦੇ ਨਾਲ ਮਨਾਉਂਦੇ ਹਾਂ। ਦੀਵਾਲੀ ਆ ਜਾਂਦੀ, ਦੇਖੋ ਕਿੱਦਾਂ ਮਨਾਉਂਦੇ ਹਾਂ, ਗੁਰਪੁਰਬ ਵੀ ਮਨਾਉਂਦੇ ਹਾਂ। ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਂ 10 ਪਾਤਸ਼ਾਹੀਆਂ, ਪਰ ਜਿਹੜਾ ਸਾਹਿਬਜ਼ਾਦਿਆਂ ਦਾ ਸ਼ਹੀਦੀ ਜਾਂ ਸ਼ਹਾਦਤ ਦਾ ਦਿਨ ਹੁੰਦਾ, ਇਹ ਦਿਨ ਹੁੰਦੇ ਨੇ, ਇਹਨਾਂ ਨੂੰ ਵੀ ਜ਼ਰੂਰ ਸਾਨੂੰ ਆਪਸ ਵਿੱਚ ਗੱਲਬਾਤ ਕਰਕੇ, ਵਿਚਾਰ ਕਰਕੇ, ਬੱਚਿਆਂ ਨੂੰ ਦੱਸ ਕੇ, ਥੋੜਾ ਬਹੁਤਾ ਜਿੰਨਾ ਕੁ ਪਤਾ ਉਹ ਸਾਨੂੰ ਬੱਚਿਆਂ ਨੂੰ ਜ਼ਰੂਰ ਦੱਸਣਾ ਚਾਹੀਦਾ, ਕਿਉਂਕਿ ਕ੍ਰਿਸਮਸ ਆਣੀ ਹੈ ਨਾ, ਤੁਸੀਂ ਬਹੁਤ ਜ਼ਿਆਦਾ ਕੁਝ ਦੱਸਣਾ। ਬੱਚਿਆਂ ਨੇ ਕਿੰਨਾ ਸਮਾਨ ਖਰੀਦ ਕੇ ਲੈ ਆਉਣਾ ਦੁਕਾਨਾਂ ਤੋਂ, ਉਹਨਾਂ ਨੇ ਕਈ ਕੁਝ ਬਣਾਉਣਾ, ਬਣਾ ਕੇ ਸਕੂਲਾਂ ਵਿੱਚ ਲੈ ਕੇ ਜਾਣਾ, ਪਰ ਉਹਨਾਂ ਵਿਚਾਰੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਬਿਰਲਾ ਹੀ ਕੋਈ 5-7% ਹੋਣਗੇ ਜਿਹੜੇ ਦੱਸਦੇ ਨੇ, ਨਹੀਂ ਤੇ ਕੋਈ ਦੱਸਦਾ ਹੀ ਨਹੀਂ। ਬਸ ਕ੍ਰਿਸਮਸ 25 ਦਸੰਬਰ ਬਹੁਤ ਚੰਗੀ ਹੈ, ਮਾੜੀ ਗੱਲ ਨਹੀਂ, ਅਸੀਂ ਨਹੀਂ ਕਹਿੰਦੇ ਵੀ ਉਹ ਮਾੜਾ। ਜੇ ਅਸੀਂ ਉਹ ਚੀਜ਼ ਨੂੰ ਯਾਦ ਕਰਦੇ ਹਾਂ, ਦਿਨ ਰਾਤ ਹਫ਼ਤਾ ਪਹਿਲਾਂ ਸਾਡੇ ਸਕੂਲਾਂ ਵਿੱਚ ਬੱਚੇ ਤਿਆਰੀਆਂ ਕਰਦੇ ਨੇ, ਤੇ ਸਾਨੂੰ ਉਹ ਫਿਰ 21-20 ਦਸੰਬਰ ਤੋਂ ਲੈ ਕੇ 28 ਦਸੰਬਰ ਦਾ ਸਮਾਂ ਵੀ ਯਾਦ ਰੱਖਣਾ ਚਾਹੀਦਾ, ਬੱਚਿਆਂ ਨੂੰ ਯਾਦ ਕਰਾਉਣਾ ਚਾਹੀਦਾ। ਸੋ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀਆਂ ਕਿਸੇ ਨੂੰ ਪੁਸਤਕਾਂ ਚਾਹੀਦੀਆਂ ਹੋਣ, ਦਾਸ ਕੋਲ ਫ੍ਰੀ ਲੈ ਸਕਦੇ ਹੋ, ਕੋਈ ਮੁੱਲ ਨਹੀਂ ਹੈ। ਵੱਡੇ ਸਾਹਿਬਜ਼ਾਦਿਆਂ ਦਾ, ਛੋਟੇ ਸਾਹਿਬਜ਼ਾਦਿਆਂ ਦਾ, ਭਾਈ ਨੰਦ ਲਾਲ ਜੀ, ਉਹਨਾਂ ਦੇ ਬਾਰੇ ਕੋਈ ਵੀ ਪੁਸਤਕ ਚਾਹੀਦੀ ਹੋਵੇ ਕਿਸੇ ਨੂੰ ਪੜ੍ਹਨ ਦੇ ਲਈ, ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਤੇ ਗੁਰੂ ਨੂੰ ਯਾਦ ਕਰਕੇ ਆਪਣੇ ਵਿਰਸੇ ਨੂੰ ਸੰਭਾਲੋ, ਤੇ ਗੁਰੂ ਗੋਬਿੰਦ ਸਿੰਘ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।